ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਅਸੀਂ ਪੋਲੀਟੀਕਲ ਸਾਇੰਸ ਦਾ ਨਿਊ ਚੈਪਟਰ ਸ਼ੁਰੂ ਕਰਨ ਜਾ ਰਹੇ ਹਾਂ। ਇਨ second chapter of political science, what is democracy? What we have read that in a democracy it is neither possible nor necessary for people to govern directly, right? कि ਅਸੀਂ ਜੋ ਡੈਮੋਕ੍ਰੇਸੀ ਦੇ ਵਿੱਚ ਕੀ ਆ, ਲੋਕ ਡਾਇਰੈਕਟਲੀ ਗਵਰਨ ਨਹੀਂ ਕਰ ਸਕਦੇ। ਅਗਰ ਕਿਸੇ ਨੇ ਰੂਲ ਕਰਨਾ ਆ ਡੈਮੋਕ੍ਰੇਸੀ ਦੇ ਵਿੱਚ ਦੈਨ ਕੀ ਹੁੰਦਾ ਆ ਕਿ ਲੋਕ ਜੋ ਹੈਗੇ ਆ ਆਪਣਾ ਨੇਤਾ ਚੁਣਦੇ ਆ, ਰਾਈਟ। ਸੋ ਜੋ ਹੈਗਾ ਆ ਹੁਣ ਡੈਮੋਕ੍ਰੇਸੀ ਦੇ ਵਿੱਚ ਜਿਹੜੀ ਸਰਕਾਰ ਕਿੱਦਾਂ ਚੁਣੀ ਜਾਂਦੀ ਹੈ, ਜਿਹੜੇ ਪ੍ਰਾਈਮ ਮਿਨਿਸਟਰਸ ਜੋ ਵੀ ਬਣਦੇ ਆ, MPs ਬਣਦੇ ਆ, MLAs ਬਣਦੇ ਆ, ਉਹਨਾਂ ਨੂੰ ਚੂਜ਼ ਕਿੱਦਾਂ ਕੀਤਾ ਜਾਂਦਾ ਆ। ਉਹਨਾਂ ਨੂੰ ਚੂਜ਼ ਕਰਨ ਦਾ ਵੀ ਕੋਈ ਤਰੀਕਾ ਹੁੰਦਾ ਆ, ਠੀਕ ਹੈ। ਸੋ ਅੱਜ ਦਾ ਜੋ ਸਾਡਾ ਚੈਪਟਰ ਆ ਉਹਦੇ ਵਿੱਚ ਅਸੀਂ ਇਹੀ ਚੀਜ਼ਾਂ ਜੋ ਹੈਗੀਆਂ ਨੇ ਡਿਸਕਸ ਕਰਨੀਆਂ ਨੇ ਕਿ ਇਲੈਕਸ਼ਨਸ ਕੀ ਹੁੰਦੇ, ਇਲੈਕਸ਼ਨਸ ਕਿਉਂ ਜ਼ਰੂਰੀ ਹੈ, ਠੀਕ ਹੈ, ਔਰ ਇੰਡੀਆ ਦੇ ਵਿੱਚ ਕਿੱਦਾਂ ਇਲੈਕਸ਼ਨਸ ਹੁੰਦੇ ਨੇ, ਰਾਈਟ। ਸੋ ਹੋਰ ਬਾਕੀ ਵੀ ਡੈਮੋਕ੍ਰੈਟਿਕ ਕੰਟਰੀਜ਼ ਹੈਗੀਆਂ ਨੇ ਉਹ ਪੂਰੇ ਵਰਲਡ ਦੇ ਵਿੱਚ, ਬਟ ਹਰ ਇੱਕ ਦਾ ਜੋ ਇਲੈਕਸ਼ਨਸ ਦਾ ਪ੍ਰੋਸੀਜਰ ਆ ਉਹ ਸੇਮ ਨਹੀਂ ਹੁੰਦਾ। ਸੋ ਅਸੀਂ ਇੰਡੀਆ ਦੇ ਜੋ ਇਲੈਕਸ਼ਨ ਦਾ ਪ੍ਰੋਸੀਜਰ ਹੈ ਉਹਦੇ ਬਾਰੇ ਅੱਜ ਡਿਸਕਸ ਕਰਨਾ ਹੈ ਆਪਣੇ ਚੈਪਟਰ ਦੇ ਵਿੱਚ। ਸੋ ਦਿਸ ਇਜ਼ ਚੈਪਟਰ ਨੰਬਰ 4, ਇਲੈਕਟੋਰਲ ਪੋਲੀਟਿਕਸ, ਐਂਡ ਦਿਸ ਇਜ਼ ਔਨ ਪੇਜ ਨੰਬਰ 56, ਠੀਕ ਹੈ। ਸੋ ਫਸਟ ਆਫ ਆਲ ਇਲੈਕਟੋਰਲ ਪੋਲੀਟਿਕਸ ਹੁੰਦਾ ਕੀ ਆ? ਇਲੈਕਟੋਰਲ ਕੀ ਹੁੰਦਾ ਆ? ਚੁਣਾਵ ਕਹਿ ਸਕਦੇ ਹਾਂ ਆਪਾਂ, ਚੋਣਾਂ ਕਹਿ ਸਕਦੇ ਹਾਂ, ਠੀਕ ਹੈ। ਉਹ ਜਾਂ ਫਿਰ ਵੋਟ ਕਹਿ ਸਕਦੇ ਹਾਂ, ਅਸੀਂ ਵੋਟ ਕਰਦੇ ਹਾਂ ਨਾ ਆਪਾਂ ਡੈਮੋਕ੍ਰੇਸੀ ਦੇ ਵਿੱਚ। ਸੋ ਪੋਲੀਟਿਕਸ ਕੀ ਹੁੰਦੀ ਆ? ਸਾਨੂੰ ਪਤਾ ਹੈ ਰਾਜਨੀਤੀ, ਠੀਕ ਹੈ। ਸੋ ਇਲੈਕਟੋਰਲ ਪੋਲੀਟਿਕਸ ਦਾ ਮਤਲਬ ਹੁੰਦਾ ਆ ਚੋਣ ਰਾਜਨੀਤੀ, ਠੀਕ ਹੈ। ਸੋ ਇਲੈਕਸ਼ਨਸ ਜਿਹੜੀਆਂ ਹੁੰਦੀਆਂ ਆ ਡੈਮੋਕ੍ਰੇਸੀ ਦੇ ਵਿੱਚ ਸਾਨੂੰ ਪਤਾ ਆ, ਅਤੇ ਉਹਦੇ ਵਾਸਤੇ ਕੁਝ ਪ੍ਰੋਸੀਜਰ ਹੁੰਦਾ ਆ, ਠੀਕ ਹੈ। ਲਾਈਕ ਕਿ ਕੌਣ ਜਿਹੜਾ ਕਿਹੜੇ ਪਰਸਨ ਆ ਜਿਹੜੇ ਵੋਟ ਕਰ ਸਕਦੇ ਆ, ਹਰ ਇੱਕ ਪਰਸਨ ਵੋਟ ਨਹੀਂ ਕਰ ਸਕਦਾ, ਠੀਕ ਹੈ। ਔਰ ਕਈ ਕੰਟਰੀਜ਼ ਦੇ ਵਿੱਚ ਇੱਦਾਂ ਵੀ ਹੁੰਦਾ ਸੀਗਾ ਕਿ ਜੋ ਅੱਜ ਵੀ ਇੱਦਾਂ ਹੈਗਾ ਆ ਕਿ ਜਿਹੜੇ ਕੁਛ ਲੋਕ ਹੈਗੇ ਆ ਸੋਸਾਇਟੀ ਦੇ ਉਹੀ ਵੋਟਸ ਕਰ ਸਕਦੇ ਆ। ਕਈ ਕੰਟਰੀਜ਼ ਦੇ ਵਿੱਚ ਜੋ ਹੈਗਾ ਲੇਡੀਜ਼ ਨੂੰ ਵੋਟ ਕਰਨ ਦਾ ਕੋਈ ਰਾਈਟ ਨਹੀਂ ਹੈਗਾ, ਠੀਕ ਹੈ। ਸੋ ਇਹ ਸਾਰਾ ਕੁਛ ਅਸੀਂ ਆਪਣੇ ਪ੍ਰੀਵੀਅਸ ਚੈਪਟਰਸ ਦੇ ਵਿੱਚ ਰੀਡ ਕੀਤਾ। ਸੋ ਫਸਟ ਆਫ ਆਲ ਜੋ ਹੈਗਾ ਆ ਕਿ ਇਲੈਕਸ਼ਨਸ ਕਿਉਂ ਜ਼ਰੂਰੀ ਹੁੰਦੇ ਆ ਡੈਮੋਕ੍ਰੇਸੀ ਦੇ ਵਿੱਚ, ਇੱਕ ਡੈਮੋਕ੍ਰੇਟਿਕ ਕੰਟਰੀ ਦੇ ਵਿੱਚ ਇਲੈਕਸ਼ਨਸ ਕਿਉਂ ਹੋਣੇ ਚਾਹੀਦੇ ਆ, ਠੀਕ ਹੈ। ਸੋ ਦੇयर ਆਰ ਸਮ ਰੀਜ਼ਨਸ। First is a rule of the people is possible without any elections if all the people can sit together every day and take all the decisions। ਹੁਣ ਕਹਿੰਦੇ ਅਗਰ ਕਿ ਮੰਨ ਲਓ ਕਿ ਇੱਕ ਡੈਮੋਕ੍ਰੇਟਿਕ ਕੰਟਰੀ ਦੇ ਵਿੱਚ ਇਲੈਕਸ਼ਨਸ ਨਹੀਂ ਹੁੰਦੇ, ਠੀਕ ਹੈ, ਉਹਦੇ ਵਿੱਚ ਲੋਕ ਜਿਹੜੇ ਆ ਉਹ ਆਪਣੀ ਸਰਕਾਰ ਖੁਦ ਚਲਾ ਰਹੇ ਆ। ਬਹੁਤ ਸਾਰੇ ਲੋਕ ਖੁਦ ਬੈਠਦੇ ਆ, ਰੋਜ਼ ਉਹ ਬੈਠਦੇ ਆ ਚੀਜ਼ਾਂ ਦੇ ਉੱਤੇ ਡਿਸਕਸ਼ਨ ਕਰਦੇ ਆ। ਉਹ ਕੀ ਹੋਏਗਾ? ਸਹੀ ਤਰੀਕਾ ਨਹੀਂ ਹੋਏਗਾ। ਕੋਈ ਵੀ ਇਨ ਪਰਸਨ ਰੋਜ਼ ਮੀਟਿੰਗਸ ਨਹੀਂ ਕਰ ਸਕਦਾ। ਉਹਦੇ ਕਰਕੇ ਕੀ ਹੁੰਦਾ ਆ, ਕੋਈ ਨਾ ਕੋਈ ਉਹਨਾਂ ਕੋਲ ਜੋ ਹੈਗੇ ਆ ਨੇਤਾ ਹੋਣੇ ਚਾਹੀਦੇ। ਔਰ ਨੇਤਾ ਜਿਹੜੇ ਆ ਉਹ ਕਿੱਦਾਂ ਚੁਣੇ ਜਾਂਦੇ ਆ ਡੈਮੋਕ੍ਰੇਸੀ ਦੇ ਵਿੱਚ? ਥਰੂ ਇਲੈਕਸ਼ਨਸ। ਸੋ ਇਹਦੇ ਕਰਕੇ ਜੋ ਇਲੈਕਸ਼ਨਸ ਆ ਡੈਮੋਕ੍ਰੇਸੀ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ। ਦੈਨ ਇਜ਼ ਦੇਅਰ ਅ ਡੈਮੋਕ੍ਰੇਟਿਕ ਵੇ ਆਫ ਸਿਲੈਕਟਿੰਗ ਰਿਪ੍ਰੈਜ਼ੈਂਟੇਟਿਵਸ ਵਿਦਆਊਟ ਇਲੈਕਸ਼ਨਸ। ਹੁਣ ਕਹਿੰਦੇ ਕਿ ਡੈਮੋਕ੍ਰੇਸੀ ਦੇ ਵਿੱਚ ਕੋਈ ਹੋਰ ਤਰੀਕਾ ਹੈਗਾ ਆ ਜਿਹਦੇ ਵਿੱਚ ਅਸੀਂ ਜਿਹੜੇ ਰਿਪ੍ਰੈਜ਼ੈਂਟੇਟਿਵਸ ਆ ਇਲੈਕਸ਼ਨਸ ਤੋਂ ਬਿਨਾਂ ਚੁਣ ਸਕਦੇ ਹਾਂ ਆਪਣੇ। ਹੁਣ ਮੰਨ ਲਓ ਕਿ ਇਲੈਕਸ਼ਨਸ ਨਹੀਂ ਹੁੰਦੀਆਂ, ਕੁਛ ਲੋਕ ਕੰਟਰੀ ਦੇ ਵਿੱਚ ਕਿਸੇ ਨੇਤਾ ਨੂੰ ਪਸੰਦ ਕਰਦੇ ਆ, ਉਹ ਕਹਿੰਦੇ ਆ ਕਿ ਬਈ ਇਹ ਜਿਹੜਾ ਬੰਦਾ ਆ ਇਹੀ ਪ੍ਰਾਈਮ ਮਿਨਿਸਟਰ ਬਣਨਾ ਚਾਹੁੰਦਾ ਆ, ਬਟ ਕੁਛ ਲੋਕ ਜਿਹੜੇ ਹੈਗੇ ਆ ਉਹ ਚਾਹੁੰਦੇ ਆ ਕਿ ਦੂਸਰੀ ਪਾਰਟੀ ਦਾ ਕੋਈ ਬੰਦਾ ਬਣੇ। ਸੋ ਇੱਦਾਂ ਆਪਸ ਦੇ ਵਿੱਚ ਕੀ ਹੋਣਗੀਆਂ? ਲੜਾਈਆਂ ਹੋਣਗੀਆਂ। ਸੋ ਇਹਦੇ ਕਰਕੇ ਡੈਮੋਕ੍ਰੇਸੀ ਦੇ ਵਿੱਚ ਕੀ ਹੁੰਦਾ ਆ? ਇਲੈਕਸ਼ਨਸ ਹੁੰਦੀਆਂ ਆ, ਠੀਕ ਹੈ। ਔਰ ਇਲੈਕਸ਼ਨਸ ਕਰਵਾਉਣ ਦਾ ਪੂਰਾ ਇੱਕ ਪ੍ਰੋਪਰ ਪ੍ਰੋਸੀਜਰ ਹੁੰਦਾ ਆ, ਰਾਈਟ। ਸੋ therefore elections are considered essential in our times for any representative democracy। ਸੋ ਇੱਦਾਂ ਦੀ ਸਿਚੁਏਸ਼ਨ ਨੂੰ ਦੇਖਦੇ ਹੋਏ ਡੈਮੋਕ੍ਰੇਸੀ ਦੇ ਵਿੱਚ ਇਲੈਕਸ਼ਨਸ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਆ।
In an election the voters make many choices। ਹੁਣ ਜਿਹੜੀ ਡੈਮੋਕ੍ਰੇਸੀ ਦੇ ਵਿੱਚ ਜਿਹੜੇ ਹੁੰਦੇ ਨੇ ਵੋਟਰਸ ਹੁੰਦੇ ਆ ਉਹ ਬਹੁਤ ਸਾਰੀਆਂ ਚੋਇਸਿਸ ਬਣਾਉਂਦੇ ਆ। ਕਿਹੜੀਆਂ ਚੋਇਸਿਸ ਹੁੰਦੀਆਂ ਆ ਉਹ they can choose who will make laws for them। ਹੁਣ ਜਿੱਦਾਂ ਕਿ ਅਸੀਂ ਡਿਸਕਸ ਕੀਤਾ ਕਿ ਡੈਮੋਕ੍ਰੇਸੀ ਦੇ ਵਿੱਚ ਇਲੈਕਸ਼ਨਸ ਦੇ ਥਰੂ ਹੀ ਜਿਹੜੇ ਆ ਰਿਪਰੈਜ਼ੈਂਟੇਟਿਵਸ ਬਣਦੇ ਆ। ਲਾਈਕ ਕੋਈ ਮੰਤਰੀ ਦੀਆਂ ਵੋਟਾਂ ਹੋ ਰਹੀਆਂ ਲਾਈਕ ਚੀਫ ਮਿਨਿਸਟਰ ਜਾਂ ਪ੍ਰਾਈਮ ਮਿਨਿਸਟਰ ਦੀਆਂ, ਫਿਰ ਲੋਕ ਜਿਹਨੂੰ ਜ਼ਿਆਦਾ ਵੋਟਸ ਕਰਦੇ ਆ ਉਹੀ ਜਿਹੜਾ ਜਿੱਤਦਾ ਆ। ਮਤਲਬ ਕਿ ਦੇਸ਼ ਦੇ ਵਿੱਚ ਜ਼ਿਆਦਾ ਵੋਟਸ ਉਹਨੂੰ ਹੀ ਮਿਲਦੀਆਂ ਆ ਜਿਹੜੇ ਨੇਤਾ ਨੇ ਕੁਛ ਦੇਸ਼ ਵਾਸਤੇ ਚੰਗਾ ਕੀਤਾ ਹੋਵੇ। ਠੀਕ ਹੈ, ਸੋ ਇਹਦੇ ਨਾਲ ਕੀ ਹੁੰਦਾ ਆ ਹੁਣ ਇਲੈਕਸ਼ਨਸ ਦੇ ਥਰੂ ਲੋਕ ਉਸੇ ਬੰਦੇ ਨੂੰ ਚੁਣਦੇ ਆ ਜਿਹੜਾ ਕਿ ਉਹਨਾਂ ਵਾਸਤੇ ਕੁਛ ਲਾਜ਼ ਬਣਾ ਸਕਦਾ ਆ, ਜੋ ਉਹਨਾਂ ਦਾ ਕੁਛ ਭਲਾ ਕਰ ਸਕਦਾ ਹੈ, ਰਾਈਟ। ਦੈਨ ਦੇ ਕੈਨ ਚੂਜ਼ ਹੂ ਵਿਲ ਫਾਰਮ ਦ ਗਵਰਨਮੈਂਟ ਐਂਡ ਟੇਕ ਮੇਜਰ ਡਿਸੀਜ਼ਨਸ। ਅਤੇ ਹੁਣ ਉਹ ਇਲੈਕਸ਼ਨਸ ਦੇ ਦੁਆਰਾ ਜਦੋਂ ਨੇਤਾ ਚੁਣਦੇ ਆ ਉਹ ਕਿਉਂ ਚੁਣਦੇ ਆ ਕਿ ਉਹ ਨੇਤਾ ਜਿਹੜਾ ਉਹ ਗਵਰਨਮੈਂਟ ਬਣਾਵੇ ਅਤੇ ਉਹਨਾਂ ਵਾਸਤੇ ਜੋ ਵੀ ਫੈਸਲੇ ਆ ਉਹਨਾਂ ਦੇ ਬੈਨੀਫਿਟ ਵਾਸਤੇ ਉਹ ਲਵੇ। then they can choose the party whose policies will guide the government and law making। ਤੇ ਇਲੈਕਸ਼ਨਸ ਦੇ ਥਰੂ ਹੀ ਜਿਹੜੇ ਲੋਕ ਆ ਉਹ ਚੂਜ਼ ਕਰਦੇ ਆ ਕਿ ਕਿਹੜੀ ਪਾਰਟੀ ਪੋਲਿਸੀਜ਼ ਜਿਹੜੀ ਆ ਉਹ ਬਣਾਏਗੀ। ਠੀਕ ਹੈ, ਸੋ then we have what makes an election democratic। ਹੁਣ ਦੇਖੋ ਜਿਹੜੀਆਂ ਇਲੈਕਸ਼ਨਸ ਹੁੰਦੀਆਂ ਆ ਬਹੁਤ ਸਾਰੀਆਂ ਕੰਟਰੀਜ਼ ਦੇ ਵਿੱਚ ਹੁੰਦੀਆਂ ਆ, ਜਿੱਦਾਂ ਕਿ ਮੈਂ ਪਹਿਲਾਂ ਵੀ ਕਿਹਾ। ਠੀਕ ਹੈ, ਇਲੈਕਸ਼ਨਸ ਕੈਨ ਬੀ ਹੈਲਡ ਇਨ ਮੈਨੀ ਵੇਜ਼। ਕਈ ਤਰੀਕੇ ਦੇ ਨਾਲ ਹੋ ਸਕਦੀਆਂ ਇਲੈਕਸ਼ਨਸ। ਆਲ ਡੈਮੋਕ੍ਰੇਟਿਕ ਕੰਟਰੀਜ਼ ਹੋਲਡ ਇਲੈਕਸ਼ਨਸ। ਸਾਰੀਆਂ ਹੀ ਡੈਮੋਕ੍ਰੇਟਿਕ ਜਿਹੜੀਆਂ ਕੰਟਰੀਜ਼ ਆ ਉਹ ਇਲੈਕਸ਼ਨਸ ਕੰਡਕਟ ਕਰਵਾਉਂਦੀਆਂ ਆ। ਬਟ ਮੋਸਟ ਨਾਨ ਡੈਮੋਕ੍ਰੇਟਿਕ ਕੰਟਰੀਜ਼ ਆਲਸੋ ਹੋਲਡ ਸਮ ਕਾਈਂਡ ਆਫ ਇਲੈਕਸ਼ਨਸ। ਬਟ ਕਹਿੰਦੇ ਕਿ ਕਈ ਜਿਹੜੀਆਂ ਨਾਨ ਡੈਮੋਕ੍ਰੇਟਿਕ ਕੰਟਰੀਜ਼ ਹੁੰਦੀਆਂ ਨਾ ਉਹ ਵੀ ਕਈ ਤਰ੍ਹਾਂ ਦੇ ਇਲੈਕਸ਼ਨਸ ਕਰਵਾਉਂਦੀਆਂ ਆ। ਹਾਊ ਡੂ ਵੀ ਡਿਸਟਿੰਗੁਇਸ਼ ਡੈਮੋਕ੍ਰੇਟਿਕ ਇਲੈਕਸ਼ਨਸ ਫਰੋਮ ਐਨੀ ਅਦਰ ਇਲੈਕਸ਼ਨ। ਹੁਣ ਕਹਿੰਦੇ ਕਿ ਜਿਹੜੇ ਡੈਮੋਕ੍ਰੇਟਿਕ ਇਲੈਕਸ਼ਨ ਆ ਨਾ ਉਹ ਬਾਕੀ ਦੇ ਇਲੈਕਸ਼ਨਸ ਤੋਂ ਕਿੱਦਾਂ ਅਲੱਗ ਆ। ਠੀਕ ਹੈ, ਲਾਈਕ ਨਾਨ ਡੈਮੋਕ੍ਰੇਟਿਕ ਕੰਟਰੀਜ਼ ਦੇ ਵਿੱਚ ਵੀ ਕਹਿੰਦੇ ਵੋਟਸ ਹੁੰਦੀਆਂ ਆ। ਫਿਰ ਡੈਮੋਕ੍ਰੇਟਿਕ ਅਤੇ ਨਾਨ ਡੈਮੋਕ੍ਰੇਟਿਕ ਕੰਟਰੀ ਦੇ ਵਿੱਚ ਹੋਣ ਵਾਲੀਆਂ ਜਿਹੜੀਆਂ ਇਲੈਕਸ਼ਨਸ ਆ ਉਹਨਾਂ ਦੇ ਵਿੱਚ ਫ਼ਰਕ ਕੀ ਹੁੰਦਾ ਆ ਉਹ ਅਸੀਂ ਡਿਸਕਸ ਕਰਾਂਗੇ। ਠੀਕ ਹੈ, ਸੋ ਕੁਛ ਜਿਹੜੇ ਹੁੰਦੇ ਆ ਕਹਿ ਸਕਦੇ ਹਾਂ ਆਪਾਂ ਪੁਆਇੰਟਸ ਆ ਜਿਹੜੇ ਆਪਾਂ ਡਿਸਕਸ ਕਰਾਂਗੇ ਕਿ ਕਿਸ ਚੀਜ਼ ਦੇ ਨਾਲ ਜਿਹੜੀ ਡੈਮੋਕ੍ਰੇਸੀ ਦੇ ਵਿੱਚ ਇਲੈਕਸ਼ਨਸ ਹੁੰਦੀਆਂ ਆ ਉਹ ਨਾਨ ਡੈਮੋਕ੍ਰੇਟਿਕ ਕੰਟਰੀ ਦੇ ਵਿੱਚ ਹੋਣ ਵਾਲੀਆਂ ਇਲੈਕਸ਼ਨਸ ਤੋਂ ਅਲੱਗ ਹੁੰਦੀਆਂ ਆ। ठीक है, so first one is everyone should be able to choose। this means that everyone should have one vote and every vote should have equal value। like ਕਈ ਕੰਟਰੀਜ਼ ਦੇ ਵਿੱਚ ਜਿੱਦਾਂ ਮੈਂ ਸਟਾਰਟਿੰਗ ਦੇ ਵਿੱਚ ਵੀ ਦੱਸਿਆ, ਤੁਸੀਂ ਪਹਿਲਾਂ ਵੀ ਇਹ ਪੜ੍ਹਿਆ ਸੀ ਕਿ ਕਈ ਕੰਟਰੀਜ਼ ਦੇ ਵਿੱਚ ਜੋ ਹੈ ਉਹ ਕੀ ਹੈ ਵੋਟ ਪਾਉਣ ਦਾ ਰਾਈਟ ਨਹੀਂ ਹੁੰਦਾ ਪੂਰੀ ਕੰਟਰੀ ਦੇ ਲੋਕਾਂ ਨੂੰ। ਕਈ ਕੰਟਰੀਜ਼ ਦੇ ਵਿੱਚ ਕੀ ਹੁੰਦਾ ਲੇਡੀਜ਼ ਨੂੰ ਨਹੀਂ ਹੁੰਦਾ ਹੈ ਰਾਈਟ ਵੋਟ ਪਾਉਣ ਦਾ। ਠੀਕ ਹੈ, ਕਈ ਕੰਟਰੀਜ਼ ਦੇ ਵਿੱਚ ਸਿਰਫ ਜਿਹੜੀਆਂ ਅਪਰ ਕਲਾਸਿਸ ਆ ਉਹਨਾਂ ਨੂੰ ਹੀ ਵੋਟ ਕਰਨ ਦਾ ਰਾਈਟ ਹੁੰਦਾ ਆ। ਠੀਕ ਹੈ, ਸੋ ਇੱਦਾਂ ਕੀ ਹੁੰਦਾ ਹੈ ਇਹਦੇ ਨਾਲ ਜੋ ਹੈ ਜਿਹੜੀਆਂ ਇਲੈਕਸ਼ਨਸ ਆ ਉਹ ਪ੍ਰੋਪਰਲੀ ਵਰਕ ਨਹੀਂ ਕਰ ਪਾਉਂਦੀਆਂ। ਸੋ ਇੱਕ ਡੈਮੋਕ੍ਰੇਸੀ ਦਾ ਪਹਿਲਾ ਰੂਲ ਹੀ ਇਹ ਹੁੰਦਾ ਹੈ ਕਿ ਉਹਦੇ ਦੇਸ਼ ਦੇ ਹਰ ਇੱਕ ਜਿਹੜਾ ਜੋ ਵੀ ਨਾਗਰਿਕ ਹੈ ਉਹਨੂੰ ਵੋਟ ਕਰਨ ਦਾ ਕੀ ਹੋਵੇ ਰਾਈਟ ਹੋਵੇ। ਸੋ ਸੈਕਿੰਡ ਵਨ ਜੋ ਹੈ ਦੇਅਰ ਸ਼ੁੱਡ ਬੀ ਸਮਥਿੰਗ ਟੂ ਚੂਜ਼ ਫਰੋਮ। parties and candidates should be free to contest elections and should offer some real choice to the voters। ਹੁਣ ਦੇਖੋ ਡੈਮੋਕ੍ਰੇਸੀ ਦੇ ਵਿੱਚ ਅਲੱਗ-ਅਲੱਗ ਪਾਰਟੀਜ਼ ਦਾ ਹੋਣਾ ਵੀ ਜ਼ਰੂਰੀ ਆ। ਠੀਕ ਹੈ ਨਾ, ਅਗਰ ਪਾਰਟੀਜ਼ ਹੋਣਗੀਆਂ ਜਿੱਦਾਂ ਕਿ ਇੰਡੀਆ ਦੇ ਵਿੱਚ ਕਾਂਗਰਸ ਹੈ, BJP ਹੈ, ਆਪ ਆ, ਹੋਰ ਵੀ ਬਹੁਤ ਸਾਰੀਆਂ ਪਾਰਟੀਜ਼ ਜਿਹੜੀਆਂ ਹੈਗੀਆਂ ਨੇ। ਠੀਕ ਹੈ, ਸੋ ਅਗਰ ਡੈਮੋਕ੍ਰੇਸੀ ਦੇ ਵਿੱਚ ਸੈਵਰਲ ਪਾਰਟੀਜ਼ ਨਹੀਂ ਹੋਣਗੀਆਂ ਤਾਂ ਫਿਰ ਲੋਕ ਚੂਜ਼ ਕਿਹਦੇ ਵਿੱਚੋਂ ਕਰਨਗੇ। ਠੀਕ ਹੈ, ਕੁਝ ਵੀ ਅਗਰ ਤੁਸੀਂ ਚੂਜ਼ ਕਰਨਾ ਆ ਉਹਦੇ ਵਾਸਤੇ ਤੁਹਾਡੇ ਕੋਲ ਆਪਸ਼ਨਸ ਹੋਣੇ ਚਾਹੀਦੇ ਆ। ਸੋ ਡੈਮੋਕ੍ਰੇਸੀ ਦੇ ਵਿੱਚ ਜੋ ਹੈਗਾ ਆ ਡਿਫਰੈਂਟ ਕੀ ਹੋਣਾ ਚਾਹੀਦਾ ਆ ਪਾਰਟੀਜ਼ ਵੀ ਹੋਣੀਆਂ ਚਾਹੀਦੀਆਂ ਜਿਹਦੇ ਵਿੱਚੋਂ ਲੋਕ ਆਪਣੇ ਜੋ ਹੈਗਾ ਆ ਨੇਤਾ ਚੁਣ ਸਕਣ। ਠੀਕ ਹੈ, ਸੋ next one is the choice should be offered at regular intervals। elections must be held regularly after every few years। ਹੁਣ ਕਹਿੰਦੇ ਕਿ ਜਿਹੜੀ ਚੋਇਸ ਆ ਉਹ ਕੀ ਆ ਅਲੱਗ-ਅਲੱਗ ਤਰੀਕੇ ਦੇ ਨਾਲ ਥੋੜ੍ਹੇ ਇੰਟਰਵਲ ਦੇ ਨਾਲ ਰੈਗੂਲਰਲੀ ਹੋਣੀ ਚਾਹੀਦੀ ਆ। ਮਤਲਬ ਕਿ ਵੋਟਾਂ ਜਿਹੜੀਆਂ ਆ ਉਹ ਇਲੈਕਸ਼ਨਸ ਆ ਉਹ ਥੋੜ੍ਹੇ ਟਾਈਮ ਬਾਅਦ ਹੋਣੀਆਂ ਚਾਹੀਦੀਆਂ ਆ। ਜਿੱਦਾਂ ਕਿ ਇੱਕ ਵਾਰੀ ਕੋਈ ਪ੍ਰਾਈਮ ਮਿਨਿਸਟਰ ਬਣ ਗਿਆ ਉਹ ਇਹ ਨੇ ਆ ਕਿ ਜਿੰਨੀ ਦੇਰ ਤੱਕ ਉਹ ਜਿੰਦਾ ਰਹੇਗਾ ਉਨੀ ਦੇਰ ਤੱਕ ਉਹ ਪ੍ਰਾਈਮ ਮਿਨਿਸਟਰ ਬਣਿਆ ਰਹੇਗਾ, ਜਿੱਦਾਂ ਕਿ ਮੋਨੈਰਕੀ ਦੇ ਵਿੱਚ ਹੁੰਦਾ ਆ। ਨੈਕਸਟ ਇਜ਼ ਦ ਕੈਂਡੀਡੇਟ ਪ੍ਰੈਫਰਡ ਬਾਏ ਦ ਪੀਪਲ ਸ਼ੁੱਡ ਗੈਟ ਇਲੈਕਟਿਡ।
ਹੁਣ ਕਹਿੰਦੇ ਕਿ ਜਿਸ ਕੈਂਡੀਡੇਟ ਨੂੰ ਲੋਕ ਪ੍ਰੈਫਰ ਕਰਦੇ ਆ, ਮਤਲਬ ਕਿ ਜਿਹਨੂੰ ਵੋਟਾਂ ਜ਼ਿਆਦਾ ਮਿਲਦੀਆਂ ਆ ਉਹਨੂੰ ਹੀ ਫਿਰ ਕੀ ਆ ਇਲੈਕਟ ਕਰਨਾ ਪੈਂਦਾ ਆ। ਜਿਸ ਵੀ ਕਹਿ ਸਕਦੇ ਹਾਂ ਆਪਾਂ ਮੰਤਰੀ ਦੀ ਚੋਣ ਵਾਸਤੇ ਉਹ ਵੋਟਾਂ ਹੋ ਰਹੀਆਂ ਆ, ਜਿਹਨੂੰ ਜ਼ਿਆਦਾ ਵੋਟਾਂ ਮਿਲੀਆਂ ਆ ਉਹਨੂੰ ਹੀ ਨੇਤਾ ਦੀ ਪੋਸਟ ਦੇ ਉੱਤੇ ਬਿਠਾਉਣਾ ਪੈਂਦਾ ਆ ਡੈਮੋਕ੍ਰੇਸੀ ਦੇ ਵਿੱਚ, ਰਾਈਟ। ਸੋ ਨੈਕਸਟ ਇਜ਼ ਇਲੈਕਸ਼ਨ ਸ਼ੁੱਡ ਬੀ ਕੰਡਕਟਡ ਇਨ ਅ ਫ੍ਰੀ ਐਂਡ ਫੇਅਰ ਮੈਨਰ ਵੇਅਰ ਪੀਪਲ ਕੈਨ ਚੂਜ਼ ਐਜ਼ ਏ ਰੀਅਲੀ ਵਿਸ਼, ਠੀਕ ਹੈ। ਸੋ ਜਿਹੜੀਆਂ ਕਹਿੰਦੇ ਇਲੈਕਸ਼ਨਸ ਡੈਮੋਕ੍ਰੇਸੀ ਦੇ ਵਿੱਚ ਫ੍ਰੀ ਅਤੇ ਫੇਅਰ ਹੋਣੀਆਂ ਚਾਹੀਦੀਆਂ ਆ। ਹੁਣ ਦੇਖੋ ਇੰਡੀਆ ਦੇ ਵਿੱਚ ਵੀ ਵੋਟਸ ਹੁੰਦੀਆਂ ਆ, ਉਹਦਾ ਕੋਈ ਪੈਸਾ ਤਾਂ ਨਹੀਂ ਲੱਗਦਾ ਨਾ, ਕਿਸੇ ਦਾ ਵੀ ਕੋਈ ਪੈਸਾ ਨਹੀਂ ਲੱਗਦਾ। ਅਗਰ ਕਿਸੇ ਦੀ ਵੋਟ ਬਣੀ ਹੋਈ ਹੈ, ਜਿੱਦਾਂ ਕਿ ਮੈਂ ਦੱਸਿਆ 18 ਸਾਲ ਤੋਂ ਘੱਟ ਦੀ ਉਮਰ ਦਾ ਪਰਸਨ ਜੋ ਹੈਗਾ ਉਹ ਵੋਟ ਨਹੀਂ ਕਰ ਸਕਦਾ ਇੰਡੀਆ ਦੇ ਵਿੱਚ। ਅਗਰ 18 ਸਾਲ ਦੀ ਉਮਰ ਹੈਗੀ ਹੈ ਜਾਂ ਉਸ ਤੋਂ ਵੱਧ ਦੀ ਉਮਰ ਹੈਗੀ ਹੈ ਉਹ ਵੋਟ ਕਰ ਸਕਦਾ ਹੈ, ਅਤੇ ਵੋਟ ਕਰਨ ਵਾਸਤੇ ਉਹਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਪੈਸਾ ਨਹੀਂ ਦੇਣਾ ਪੈਂਦਾ, ਠੀਕ ਹੈ। ਸੋ ਫ੍ਰੀ ਐਂਡ ਫੇਅਰ ਇਲੈਕਸ਼ਨਸ ਦਾ ਹੋਣਾ ਵੀ ਬਹੁਤ ਜ਼ਰੂਰੀ ਆ ਇੱਕ ਡੈਮੋਕ੍ਰੇਟਿਕ ਕੰਟਰੀ ਦੇ ਵਿੱਚ, ਰਾਈਟ। ਸੋ ਇਹ ਜਿਹੜੀਆਂ ਚੀਜ਼ਾਂ ਸੀਗੀਆਂ ਇਹ ਇੱਕ ਜੋ ਇਲੈਕਸ਼ਨਸ ਨੂੰ ਡੈਮੋਕ੍ਰੇਟਿਕ ਬਣਾਉਂਦੀਆਂ ਆ, ਰਾਈਟ। ਸੋ ਨੈਕਸਟ ਵਨ ਇਜ਼ ਇਟ ਗੁੱਡ ਟੂ ਹੈਵ ਪੋਲੀਟੀਕਲ ਕੰਪੀਟੀਸ਼ਨ। ਕਹਿੰਦੀ ਕਿ ਪੋਲੀਟੀਕਲ ਕੰਪੀਟੀਸ਼ਨ ਹੋਣਾ ਚਾਹੀਦਾ ਆ। ਦੇਖੋ ਹੁਣ ਪੋਲੀਟੀਕਲ ਕੰਪੀਟੀਸ਼ਨ ਜਿਹੜਾ ਆ ਕੀ ਹੁੰਦਾ ਪੋਲੀਟੀਕਲ ਕੰਪੀਟੀਸ਼ਨ, ਪਹਿਲਾਂ ਤਾਂ ਲਾਈਕ ਅਲੱਗ-ਅਲੱਗ ਪਾਰਟੀਜ਼ ਹੁੰਦੀਆਂ ਆ, ਜਿੱਦਾਂ ਕਿ ਮੈਂ ਪਹਿਲਾਂ ਕਿਹਾ ਕਾਂਗਰਸ ਹੈ, BJP ਹੈ, ਠੀਕ ਹੈ, ਆਪ ਹੈ, ਹੋਰ ਵੀ ਪਾਰਟੀਜ਼ ਹੈ, ਅਕਾਲੀ ਦਲ ਹੈ, ਠੀਕ ਹੈ। ਸੋ ਇਹਨਾਂ ਸਾਰਿਆਂ ਦੇ ਵਿੱਚ ਕੀ ਆ ਕੰਪੀਟੀਸ਼ਨ ਹੋਣਾ ਚਾਹੀਦਾ ਉਹ ਇਹ ਪੁੱਛ ਰਹੇ ਆ। ਓਬਵੀਅਸਲੀ ਹੋਣਾ ਚਾਹੀਦਾ। ਕੰਪੀਟੀਸ਼ਨ ਕਿੱਦਾਂ ਦਾ ਕਿ ਵੋਟਾਂ ਦੇ ਉੱਤੇ ਖੜੇ ਹੋਣ, ਠੀਕ ਹੈ, ਕੰਪੀਟੀਸ਼ਨ ਕਰਨ, ਲੋਕਾਂ ਦੀ ਜੋ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਜੋ ਵੀ ਆ ਕੋਸ਼ਿਸ਼ਾਂ ਕਰਨ, ਠੀਕ ਹੈ, ਤਾਂ ਜੋ ਲੋਕ ਉਹਨਾਂ ਨੂੰ ਕੀ ਕਰ ਸਕਣ, ਵੱਧ ਤੋਂ ਵੱਧ ਵੋਟ ਕਰਕੇ ਉਹਨਾਂ ਨੂੰ ਜਿਤਾ ਸਕਣ, ਠੀਕ ਹੈ। ਬਟ ਕਈ ਵਾਰ ਕੀ ਹੁੰਦਾ ਆ ਕਿ ਜਿਹੜੀਆਂ ਪੋਲੀਟੀਕਲ ਪਾਰਟੀਜ਼ ਹੁੰਦੀਆਂ ਆ ਆਪਸ ਦੇ ਵਿੱਚ ਕੁਝ ਡਰਟੀ ਪੋਲੀਟਿਕਸ ਵੀ ਖੇਡਦੀਆਂ ਆ ਜੋ ਕਿ ਨਹੀਂ ਹੋਣੀ ਚਾਹੀਦੀ, ਠੀਕ ਹੈ, ਬਟ ਇੱਦਾਂ ਹੁੰਦਾ ਹੈਗਾ ਆ। ਵੋਟ ਇਜ਼ ਆਰ ਸਿਸਟਮ ਆਫ ਇਲੈਕਸ਼ਨਸ। ਹੁਣ ਸਾਡੇ ਦੇਸ਼ ਦੇ ਵਿੱਚ ਸਿਸਟਮ ਜਿਹੜਾ ਹੈ ਇਲੈਕਸ਼ਨਸ ਦਾ ਉਹ ਕਿੱਦਾਂ ਦਾ, ਪ੍ਰੋਸੀਜਰ ਕੀ ਆ, ਠੀਕ ਹੈ, ਕੀ ਪ੍ਰੋਸੀਜਰ ਹੁੰਦਾ ਆ। ਲਾਈਕ ਹੁਣ ਦੇਖੋ ਇਹਦੇ ਵਿੱਚ ਕੀ ਹੁੰਦਾ ਆ, ਸਾਡੇ ਇੰਡੀਆ ਦੇ ਵਿੱਚ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਇਲੈਕਸ਼ਨਸ ਹੁੰਦੀਆਂ ਆ ਹਰ 5 ਸਾਲ ਬਾਅਦ, ਠੀਕ ਹੈ। ਹਰੇਕ 5 ਸਾਲ ਬਾਅਦ ਜਿਹੜਾ ਹੈ ਰਿਪਰੈਜ਼ੈਂਟੇਟਿਵ ਆ ਉਹਨੂੰ ਕੀ ਆ ਦੁਬਾਰਾ ਚੁਣਿਆ ਜਾਂਦਾ ਆ। ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਜਿਹੜੀਆਂ ਆ ਇਲੈਕਸ਼ਨਸ ਹਰ ਸਾਲ ਹੁੰਦੀਆਂ ਆ ਇੰਡੀਆ ਦੇ ਵਿੱਚ, ਠੀਕ ਹੈ। ਸੋ ਜਿਹੜੀਆਂ ਇਲੈਕਸ਼ਨਸ ਹੈਲਡ ਹੁੰਦੀਆਂ ਇਹਨਾਂ ਨੂੰ ਹੈਲਡ ਕੌਣ ਕਰਵਾਉਂਦਾ ਆ, ਕੌਂਸਟੀਟੂਐਂਸੀਜ਼, ਠੀਕ ਹੈ। ਹੁਣ ਇਹ ਜਿਹੜੀਆਂ ਕੌਂਸਟੀਟੂਐਂਸੀਜ਼ ਹੁੰਦੀਆਂ ਆ ਇਹਨਾਂ ਨੂੰ ਆਪਾਂ ਕੀ ਕਹਿੰਦੇ ਆ, ਚੁਣਾਵ ਹਲਕੇ ਕਹਿ ਸਕਦੇ ਹਾਂ ਆਪਾਂ, ਠੀਕ ਹੈ, ਲਾਈਕ ਏਰੀਆ ਕਹਿ ਸਕਦੇ ਹਾਂ, ਲਾਈਕ ਸਟੇਟ ਲੈਵਲ ਦੇ ਉੱਤੇ, ਠੀਕ ਹੈ, ਕੰਟਰੀ ਲੈਵਲ ਦੇ ਉੱਤੇ ਜੋ ਵੀ ਆਪਾਂ ਕਹਿ ਸਕਦੇ ਹਾਂ ਇੱਕ ਇਕਾਈ ਹੁੰਦੀ ਆ ਜਿਹਨੂੰ ਆਪਾਂ ਕੌਂਸਟੀਟੂਐਂਸੀਜ਼ ਕਹਿੰਦੇ ਹਾਂ, ਠੀਕ ਹੈ। ਸੋ ਇਹਦੇ ਵਿੱਚ ਕੀ ਹੁੰਦਾ ਆ, ਇਨ ਆਰ ਕੰਟਰੀ ਵੀ ਫੋਲੋ ਐਨ ਏਰੀਆ ਬੇਸ ਸਿਸਟਮ ਆਫ ਰਿਪਰੈਜ਼ੈਂਟੇਸ਼ਨ। ਅਸੀਂ ਰਿਪਰੈਜ਼ੈਂਟੇਸ਼ਨ ਦਾ ਜੋ ਸਿਸਟਮ ਆ ਉਹਨੂੰ ਫੋਲੋ ਕਰਦੇ ਹਾਂ ਆਪਣੀ ਕੰਟਰੀ ਦੇ ਵਿੱਚ। ਦ ਕੰਟਰੀ ਇਜ਼ ਡਿਵਾਈਡਡ ਇਨਟੂ ਡਿਫਰੈਂਟ ਏਰੀਆਜ਼ ਆਫ ਪਰਪਸਿਸ ਆਫ ਇਲੈਕਸ਼ਨਸ। ਹੁਣ ਪੂਰੀ ਕੰਟਰੀ ਨੂੰ ਦੇਖੋ ਇੱਕ ਹੀ ਅਗਰ ਬੋਡੀ ਕੋਈ ਕਰਵਾ ਰਹੀ ਆ ਇਲੈਕਸ਼ਨਸ ਉਹ ਪੋਸੀਬਲ ਨਹੀਂ ਆ। ਸੋ ਉਹਦੇ ਵਿੱਚ ਕੀ ਕੀਤਾ ਜਾਂਦਾ, ਜਿੱਦਾਂ ਕਿ ਦੇਸ਼ ਨੂੰ ਇੱਕ ਪ੍ਰਾਈਮ ਮਿਨਿਸਟਰ ਤਾਂ ਹੈਗਾ ਆ ਬਟ ਪੂਰਾ ਇੱਕ ਪ੍ਰਾਈਮ ਮਿਨਿਸਟਰ ਹੀ ਪੂਰੇ ਦੇਸ਼ ਨੂੰ ਨਹੀਂ ਚਲਾ ਰਿਹਾ। ਸਟੇਟਸ ਬਣੀਆਂ ਹੋਈਆਂ ਆ ਫਰਦਰ, ਠੀਕ ਹੈ, ਦੇਸ਼ ਦੇ ਵਿੱਚ ਆਪਾਂ ਇੰਡੀਆ ਦੀ ਗੱਲ ਕਰੀਏ ਸੋ ਸਟੇਟਸ ਬਣੀਆਂ ਹੋਈਆਂ, ਸਟੇਟਸ ਦੇ ਵਿੱਚ ਕੀ ਆ ਅਲੱਗ-ਅਲੱਗ ਜਿਹੜੇ ਚੀਫ ਮਿਨਿਸਟਰ ਆ, ਠੀਕ ਹੈ। ਚੀਫ ਮਿਨਿਸਟਰਸ ਦੇ ਅੱਗੇ ਜਿਹੜੇ ਆ ਮਿਨਿਸਟਰਸ ਆ, MPs ਆ, MLAs ਆ, ਠੀਕ ਹੈ। ਪਿੰਡਾਂ ਦੇ ਲੈਵਲ ਦੇ ਉੱਤੇ ਕੀ ਹੁੰਦੇ ਆ, ਸਰਪੰਚ ਹੁੰਦੇ ਆ। ਸੋ ਇਹ ਸਾਰੇ ਮਿਲ ਕੇ ਜੋ ਹੈਗੇ ਆ ਚਲਾਉਂਦੇ ਆ, ਠੀਕ ਹੈ, ਦੇਸ਼ ਦੀ ਜੋ ਵੀ ਸਿਸਟਮ ਨੂੰ। ਕੋਈ ਇੱਕ ਬੰਦਾ ਪੂਰੇ ਦੇਸ਼ ਦੇ ਸਿਸਟਮ ਨੂੰ ਨਹੀਂ ਚਲਾ ਸਕਦਾ। ਦੀਜ਼ ਏਰੀਆਜ਼ ਆਰ ਕਾਲਡ ਇਲੈਕਟੋਰਲ ਕੌਂਸਟੀਟੂਐਂਸੀ। ਸੋ ਇਹੀ ਜਿਹੜੇ ਏਰੀਆ ਆ ਲਾਈਕ ਲੋਕਲ ਲੈਵਲ ਦੇ ਉੱਤੇ ਜਾਂ ਸਟੇਟ ਲੈਵਲ ਦੇ ਉੱਤੇ ਜਾਂ ਫਿਰ ਪੂਰੇ ਨੈਸ਼ਨਲ ਲੈਵਲ ਦੇ ਉੱਤੇ ਉਹਨਾਂ ਨੂੰ ਆਪਾਂ ਇਲੈਕਟੋਰਲ ਕੌਂਸਟੀਟੂਐਂਸੀਜ਼ ਕਹਿੰਦੇ ਹਾਂ। ਦ ਵੋਟਰਸ ਹੂ ਲਿਵ ਇਨ ਐਨ ਏਰੀਆ ਇਲੈਕਟ ਵਨ ਰਿਪਰੈਜ਼ੈਂਟੇਟਿਵ। ਹੁਣ ਜਦੋਂ ਵੋਟਸ ਹੁੰਦੀਆਂ ਆ ਉੱਥੋਂ ਦੇ ਲਾਈਕ ਮੰਨ ਲਓ ਕਿ MP ਦੀਆਂ ਵੋਟਸ ਹੋ ਰਹੀਆਂ ਜਾਂ MLA ਦੀਆਂ ਵੋਟਸ ਹੋ ਰਹੀਆਂ, ਉਹ ਲੋਕਲ ਲੈਵਲ 'ਤੇ ਹੁੰਦੀਆਂ ਆ। ਹੁਣ ਜਿਸ ਬੰਦੇ ਬਾਰੇ ਲੋਕਾਂ ਨੂੰ ਪਤਾ ਆ ਉਸ ਲੋਕਲ ਏਰੀਆ ਦੇ ਵਿੱਚ ਜਾਂ ਕਾਉਂਸਲਰਸ ਹੁੰਦੇ ਆ ਕਿ ਇਹ ਬੰਦਾ ਚੰਗਾ ਆ, ਉਹਨੇ ਸਾਡੇ ਮੁਹੱਲੇ ਦਾ ਕੋਈ ਕੀ ਕਰਨਾ ਆ, ਭਲਾ ਕਰਨਾ ਆ। ਸੋ ਜਾਂ ਫਿਰ ਕੋਈ ਸਰਪੰਚ ਆ ਉਹਨੂੰ ਜਾਣਦੇ ਆ ਲੋਕ ਪਿੰਡ ਦੇ ਕਿ ਇਹ ਭਲਾ ਕਰੇਗਾ, ਸੋ ਉਹਨੂੰ ਉਹ ਵੋਟ ਕਰਕੇ ਜਿਤਾ ਦਿੰਦੇ ਆ, ਠੀਕ ਹੈ। ਸੋ
For Lok Sabha elections, the country is divided into 543 constituencies. ਲੋਕ ਸਭਾ ਦੇ ਲੈਵਲ ਦੇ ਉੱਤੇ ਜਿਹੜੀ ਕੰਟਰੀ ਆ 543 ਕੌਂਸਟੀਚੁਐਂਸੀਜ਼ ਦੇ ਵਿੱਚ ਵੰਡੀਆਂ, ਮਤਲਬ ਅੱਗੇ 543 ਭਾਗਾਂ ਦੇ ਵਿੱਚ ਕੌਂਸਟੀਚੁਐਂਸੀ ਨੂੰ ਡਿਵਾਈਡ ਕੀਤਾ ਗਿਆ। ਦੀ ਰਿਪਰੈਜ਼ੈਂਟੇਟਿਵ ਇਲੈਕਟਿਡ ਫਰੋਮ ਈਚ ਕੌਂਸਟੀਚੁਐਂਸੀ ਇਜ਼ ਕਾਲਡ ਆ ਮੈਂਬਰ ਆਫ ਪਾਰਲੀਮੈਂਟ ਔਰ ਐਨ MP, ਜਿਹਨੂੰ ਆਪਾਂ MP ਵੀ ਕਹਿੰਦੇ ਆ। ਠੀਕ ਹੈ, ਸੋ ਜਿਹੜੇ ਰਿਪਰੈਜ਼ੈਂਟੇਟਿਵ ਹੁੰਦੇ ਆ ਲੋਕ ਸਭਾ ਦੇ ਵਿੱਚ ਜਦੋਂ ਇਲੈਕਸ਼ਨਸ ਹੁੰਦੀਆਂ ਆ, ਕੌਂਸਟੀਚੁਐਂਸੀ ਦੇ ਵਿੱਚ ਜਿਹੜੇ ਚੁਣੇ ਜਾਂਦੇ ਆ, ਜਿਹੜੇ ਮਿਨਿਸਟਰ ਚੁਣੇ ਜਾਂਦੇ ਆ, ਉਹਨੂੰ ਆਪਾਂ ਮੈਂਬਰ ਆਫ ਪਾਰਲੀਮੈਂਟ ਕਹਿੰਦੇ ਆ। ਠੀਕ ਹੈ, ਸੋ ਸਿਮਿਲਰਲੀ ਈਚ ਸਟੇਟ ਇਜ਼ ਡਿਵਾਈਡਡ ਇਨਟੂ ਅ ਸਪੈਸੀਫਿਕ ਨੰਬਰ ਆਫ ਅਸੈਂਬਲੀ। ਹੁਣ ਅੱਗੇ ਜਿਹੜੀਆਂ ਸਟੇਟਸ ਆ ਗਈਆਂ, ਪਹਿਲਾਂ ਕੰਟਰੀ ਲੈਵਲ ਦੀ ਆਪਾਂ ਗੱਲ ਕੀਤੀ, ਹੁਣ ਸਟੇਟ ਲੈਵਲ ਦੀ। ਸਟੇਟ ਲੈਵਲ ਦੇ ਵਿੱਚ ਜਿਹੜੀਆਂ ਅੱਗੇ ਵੰਡੀਆਂ ਹੁੰਦੀਆਂ ਨੇ ਕੌਂਸਟੀਚੁਐਂਸੀਜ਼, ਉਹਦੇ ਵਿੱਚ ਜੋ ਆਪਾਂ ਇਲੈਕਸ਼ਨਸ ਕਰਕੇ ਜਿਹਨੂੰ ਜਿਤਾਨੇ ਆ, ਉਹ ਕੀ ਹੁੰਦਾ, ਇਨ ਦਿਸ ਕੇਸ ਦ ਇਲੈਕਟਿਡ ਰਿਪਰੈਜ਼ੈਂਟੇਟਿਵ ਇਜ਼ ਕਾਲਡ ਦਾ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਜਾਂ ਫਿਰ MLA ਜਿਹਨੂੰ ਕਹਿੰਦੇ ਆ। ਠੀਕ ਹੈ, ਸੋ ਹੁਣ ਲੋਕ ਸਭਾ ਲੈਵਲ ਦੇ ਉੱਤੇ 543 ਕੌਂਸਟੀਚੁਐਂਸੀਜ਼ ਦੇ ਵਿੱਚ ਡਿਵਾਈਡ ਕੀਤਾ ਆ, ਔਰ ਉਹਦੇ ਰਿਪਰੈਜ਼ੈਂਟੇਟਿਵ ਨੂੰ MP ਕਿਹਾ ਜਾਂਦਾ ਹੈ, ਮੈਂਬਰ ਆਫ ਪਾਰਲੀਮੈਂਟ। ਔਰ ਜਦੋਂ ਸਟੇਟ ਲੈਵਲ ਦੀ ਆਪਾਂ ਗੱਲ ਕਰਦੇ ਹਾਂ, ਉਹਦੇ ਰਿਪਰੈਜ਼ੈਂਟੇਟਿਵ ਨੂੰ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਜਾਂ ਫਿਰ MLA ਕਿਹਾ ਜਾਂਦਾ ਆ। ਠੀਕ ਹੈ, ਸੋ ਇਹ ਸਾਰੇ ਮਿਲ ਕੇ ਜਿਹੜੇ ਆ ਉਹ ਕੀ ਕਰਦੇ ਆ, ਸਰਕਾਰ ਬਣਾਉਂਦੇ। ਸੋ ਨੈਕਸਟ ਵੀ ਹੈਵ ਰਿਜ਼ਰਵਡ ਕੌਂਸਟੀਚੁਐਂਸੀਜ਼। ਰਿਜ਼ਰਵਡ ਦਾ ਮਤਲਬ ਕੀ ਹੁੰਦਾ ਹੈ, ਕਿਸੇ ਚੀਜ਼ ਨੂੰ ਆਪਾਂ ਕਹਿ ਦਿੰਦੇ ਹਾਂ ਰਾਖਵੀਆਂ ਆ, ਕਿਸੇ ਵਾਸਤੇ ਕੁਝ ਸੇਫ ਕਰਕੇ ਰੱਖਿਆ ਹੋਵੇ, ਸੇਵ ਕਰਕੇ। ਠੀਕ ਹੈ, ਇੱਕ ਪਾਸੇ ਕੱਢ ਕੇ ਕੋਈ ਚੀਜ਼ ਮਤਲਬ ਰੱਖੀ ਹੈ ਕਿ ਇਹ ਜਿਹੜਾ ਚੀਜ਼ ਆ ਇਹ ਉਹਨਾਂ ਪਰਸਨਸ ਵਾਸਤੇ ਜਾਂ ਉਹਨਾਂ ਕੈਟੇਗਰੀਜ਼ ਦੇ ਲੋਕਾਂ ਵਾਸਤੇ ਆ। ਸੋ ਰਿਜ਼ਰਵ ਕੌਂਸਟੀਚੁਐਂਸੀ ਦਾ ਵੀ ਜਿਹੜਾ ਹੈਗਾ ਆ ਆਪਣੇ ਦੇਸ਼ ਦੇ ਵਿੱਚ ਪ੍ਰੋਸੀਜਰ। ਸੋ ਇਹਦੇ ਵਿੱਚ ਕੀ ਹੁੰਦਾ ਆ, ਸਮ ਕੌਂਸਟੀਚੁਐਂਸੀਜ਼ ਆਰ ਰਿਜ਼ਰਵਡ ਫॉर ਪੀਪਲ ਹੂ ਬਿਲੋਂਗ ਟੂ ਦ ਸ਼ੈਡਿਊਲਡ ਕਾਸਟ ਐਂਡ ਸ਼ੈਡਿਊਲਡ ਟਰਾਈਬਸ। ਤੁਸੀਂ ਦੇਖਿਆ ਹੋਣਾ ਕਿ ਹਰੇਕ ਜਿਹੜੇ ਫੀਲਡ ਦੇ ਵਿੱਚ, ਐਜੂਕੇਸ਼ਨ ਫੀਲਡ ਦੇ ਵਿੱਚ ਜਾਂ ਫਿਰ ਕੋਈ ਜੋਬਸ ਵਗੈਰਾ, ਉਹਦੇ ਵਿੱਚ ਵੀ ਇੱਕ ਕੋਟਾ ਵਗੈਰਾ ਹੁੰਦਾ ਆ ਫॉर SC BC ST। ਠੀਕ ਹੈ, ਇਹਨਾਂ ਸਾਰਿਆਂ ਵਾਸਤੇ। ਸੋ ਇਹ ਜਿਹੜੇ ਆ ਰਿਜ਼ਰਵਡ ਕੌਂਸਟੀਚੁਐਂਸੀਜ਼ ਹੁੰਦੀਆਂ ਆ ਇਲੈਕਸ਼ਨਸ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਉਦੋਂ ਵੀ। ਠੀਕ ਹੈ, ਸੋ ਡੈਮੋਕ੍ਰੇਸੀ ਦੇ ਵਿੱਚ ਇਹਨਾਂ ਨੂੰ ਵੀ ਕੁਝ ਜਿਹੜੀਆਂ ਕੌਂਸਟੀਚੁਐਂਸੀਜ਼ ਹੁੰਦੀਆਂ ਉਹਦੇ ਵਿੱਚ ਇਹਨਾਂ ਦੀ ਸੀਟ ਜਿਹੜੀ ਹੈ ਸ਼ੈਡਿਊਲਡ ਕਾਸਟ ਜਾਂ ਸ਼ੈਡਿਊਲਡ ਟਰਾਈਬਸ ਦੀ ਜਿਹੜੀ ਆ ਉਹ ਕੀ ਹੁੰਦੀ ਆ, ਰਿਜ਼ਰਵ ਰੱਖੀ ਗਈ ਹੁੰਦੀ ਆ। ਕਰੰਟਲੀ ਇਨ ਦ ਲੋਕ ਸਭਾ 84 ਸੀਟਸ ਆਰ ਰਿਜ਼ਰਵਡ ਫॉर ਦ ਸ਼ੈਡਿਊਲਡ ਕਾਸਟ ਐਂਡ 47 ਫॉर ਦ ਸ਼ੈਡਿਊਲਡ ਟਰਾਈਬਸ। This number is in proportion to their share in the total population. Thus, the reserved seats for SC and ST do not take away the legitimate share of any other social group. ਸੋ ਜੋ ਵੀ ਪੂਰੀ ਪੋਪੂਲੇਸ਼ਨ ਦਾ ਪਰਸੈਂਟੇਜ ਬਣਦੀ ਆ, ਉਹਦੇ ਵਿੱਚੋਂ ਜਿਹੜੀ ਪਰਸੈਂਟੇਜ ਕੱਢੀ ਜਾਂਦੀ ਆ ਕੁਛ, ਕਿਉਂਕਿ ਸਾਰੀ ਪਰਸੈਂਟੇਜ ਜਿਹੜੀ ਆ ਇਹਨਾਂ ਕੈਟਾਗਰੀਜ਼ ਨੂੰ ਨਹੀਂ ਮਿਲ ਜਾਂਦੀ, ਕੁਛ ਜੋ ਪਰਸੈਂਟ ਆ ਪੋਪੂਲੇਸ਼ਨ ਦਾ ਉਹੀ ਇਹਨਾਂ ਵਾਸਤੇ ਰਿਜ਼ਰਵ ਰੱਖਿਆ ਜਾਂਦਾ ਆ। ਸੋ ਲੋਕ ਸਭਾ ਲੈਵਲ ਦੇ ਉੱਤੇ ਜਿਹੜੀਆਂ 84 ਸੀਟਸ ਆ ਉਹ SC ਵਾਸਤੇ, ਸ਼ੈਡਿਊਲਡ ਕਾਸਟ ਵਾਸਤੇ, ਔਰ 47 ਜਿਹੜੀਆਂ ਨੇ ਉਹ ਸ਼ੈਡਿਊਲਡ ਟਰਾਈਬ ਵਾਸਤੇ ਰੱਖੀਆਂ ਜਾਂਦੀਆਂ ਆ ਕੌਂਸਟੀਚੁਐਂਸੀਜ਼ ਦੇ ਵਿੱਚ, ਰਾਈਟ। ਸੋ ਇਸ ਤੋਂ ਬਾਅਦ ਹੈਗਾ ਆ ਕਿ ਵੋਟਰਸ ਦੀ ਜਿਹੜੀ ਲਿਸਟ ਹੈ ਉਹ ਕਿੱਦਾਂ ਬਣਦੀ ਆ ਡੈਮੋਕ੍ਰੇਸੀ ਦੇ ਵਿੱਚ। ਹੁਣ ਦੇਖੋ, ਇੱਕ ਵਾਰੀ ਕੌਂਸਟੀਚੁਐਂਸੀਜ਼ ਜਿਹੜੀਆਂ ਆ ਉਹ ਡਿਸਾਈਡ ਹੋ ਗਈਆਂ, ਨੈਕਸਟ ਸਟੈਪ ਕੀ ਹੁੰਦਾ ਆ ਕਿ ਕੌਣ ਜਿਹੜਾ ਪਰਸਨ ਹੈ ਉਹ ਵੋਟ ਨਹੀਂ ਕਰ ਸਕਦਾ, who cannot vote. This decision cannot be left to anyone till the last day. ਇਹ ਜਿਹੜਾ ਡਿਸੀਜ਼ਨ ਕਿਸੇ ਦੇ ਵੀ ਉੱਤੇ ਨਹੀਂ ਛੱਡਿਆ ਜਾ ਸਕਦਾ ਲਾਸਟ ਡੇ ਤੱਕ। ਠੀਕ ਹੈ, in a democratic election the list of those who are eligible to vote is prepared much before the election and given to everyone. ਡੈਮੋਕ੍ਰੇਸੀ ਦੇ ਵਿੱਚ ਕਹਿੰਦੇ ਕਿ ਇਹ ਲਿਸਟ ਪਹਿਲਾਂ ਹੀ ਬਣ ਜਾਂਦੀ ਹੈ ਕਿ ਕੌਣ ਵੋਟਰ ਲਿਸਟ ਦੇ ਵਿੱਚ ਕਿਹਦਾ ਨਾਮ ਹੈਗਾ ਆ ਔਰ ਕਿਹਦਾ ਨਾਮ ਨਹੀਂ ਹੈਗਾ। ਠੀਕ ਹੈ, this list is officially called the electoral roll and is commonly known as the voters list. ਇਸ ਲਿਸਟ ਨੂੰ ਜੋ ਕੀ ਕਿਹਾ ਜਾਂਦਾ ਹੈ, ਇਲੈਕਟੋਰਲ ਰੋਲ ਕਿਹਾ ਜਾਂਦਾ ਹੈ, ਬਟ ਇਹ ਕਾਮਨਲੀ ਜ਼ਿਆਦਾਤਰ ਜਿਹੜਾ ਆ ਉਹ ਵੋਟਰਸ ਲਿਸਟ ਦੇ ਨਾਮ ਤੋਂ ਹੀ ਜਾਣਿਆ ਜਾਂਦਾ ਹੈ। ਠੀਕ ਹੈ, ਸੋ ਇਹ ਕੀ ਆ, ਬਹੁਤ ਹੀ ਇੰਪੋਰਟੈਂਟ ਸਟੈਪ ਆ ਜਿਹਦੇ ਨਾਲ ਕੀ ਹੁੰਦਾ, ਫਸਟ ਕੰਡੀਸ਼ਨ ਦੇ ਨਾਲ ਡੈਮੋਕ੍ਰੇਟਿਕ ਇਲੈਕਸ਼ਨ ਕਿ ਹਰੇਕ ਜਿਹੜਾ ਬੰਦਾ ਆ ਉਹਨੂੰ ਇਕੁਅਲ ਓਪਰਚੁਨਿਟੀ ਮਿਲ ਸਕੇ ਆਪਣਾ ਰਿਪਰੈਜ਼ੈਂਟੇਟਿਵ ਚੂਜ਼ ਕਰਨ ਵਾਸਤੇ।
ਠੀਕ ਹੈ। ਸੋ ਇਹਦੇ ਆਪਾਂ ਪਿਛਲੇ ਚੈਪਟਰ ਦੇ ਵਿੱਚ ਅਸੀਂ ਪੜ੍ਹਿਆ ਸੀਗਾ ਪ੍ਰਿੰਸੀਪਲ ਆਫ ਯੂਨੀਵਰਸ ਅਡਲਟ ਫਰੈਂਚਾਈਜ਼ ਦਾ, ਠੀਕ ਹੈ। ਉਹਦੇ ਵਿੱਚ ਕੀ ਸੀਗਾ ਕਿ ਹਰੇਕ ਪਰਸਨ ਨੂੰ ਆਪਣਾ ਜੋ ਨੇਤਾ ਆ ਚੁਣਨ ਦੀ ਕੀ ਆ ਇੱਕ ਡੈਮੋਕ੍ਰੇਟਿਕ ਕੰਟਰੀ ਦੇ ਵਿੱਚ ਚੂਜ਼ ਕਰਨ ਦਾ ਰਾਈਟ ਹੋਣਾ ਚਾਹੀਦਾ ਹੈ। ਸੋ ਵੋਟਰਸ ਲਿਸਟ ਆ ਜਿਹੜੀ ਉਹ ਬਹੁਤ ਪਹਿਲਾਂ ਹੀ ਜਿਹੜੀ ਆ ਉਹ ਦੇ ਦਿੱਤੀ ਜਾਂਦੀ ਆ ਪਰਸਨਸ ਨੂੰ ਕਿ ਕੌਣ ਜਿਹੜਾ ਆ ਵੋਟ ਕਰ ਸਕਦਾ ਹੈ ਔਰ ਕੌਣ ਵੋਟ ਨਹੀਂ ਕਰ ਸਕਦਾ, ਠੀਕ ਹੈ। ਦੈਨ ਉਸ ਤੋਂ ਬਾਅਦ ਹੈਗਾ ਨੋਮੀਨੇਸ਼ਨ ਆਫ ਕੈਂਡੀਡੇਟਸ। ਜਿਹੜੇ ਕੈਂਡੀਡੇਟਸ ਆ ਜਿਹੜੇ ਵੋਟਸ ਦੇ ਉੱਤੇ ਸੀਟਸ ਜਿਹਨਾਂ ਨੂੰ ਮਿਲਦੀਆਂ, ਜਿਹੜੇ ਵੋਟਸ ਦੇ ਉੱਤੇ ਖੜੇ ਹੁੰਦੇ ਆ, ਠੀਕ ਹੈ, ਨੇਤਾ ਬਣਨ ਵਾਸਤੇ MP MLA ਜਾਂ ਫਿਰ ਜੋ ਵੀ ਚੀਫ ਮਿਨਿਸਟਰ ਬਣਦੇ ਆ ਬਾਅਦ ਦੇ ਵਿੱਚ, ਜਿਨ੍ਹਾਂ ਨੂੰ ਸੀਟਸ ਜ਼ਿਆਦਾ ਮਿਲਦੀਆਂ ਹੈ ਜਿਹੜੀ ਪਾਰਟੀ ਨੂੰ, ਠੀਕ ਹੈ, ਉਸ ਤੋਂ ਹੀ ਜਿਹੜੇ ਆ ਬਣਦੇ ਨੇ ਮੰਤਰੀ। ਦੈਨ ਹੁਣ ਇਹ ਜਿਹੜੇ ਜਿਨ੍ਹਾਂ ਨੂੰ ਸੀਟ ਮਿਲਦੀ ਆ ਕਹਿੰਦੇ ਨਾ ਉਹਨੂੰ ਟਿਕਟ ਮਿਲੀ ਉਹਨੂੰ ਟਿਕਟ ਨਹੀਂ ਮਿਲੀ, ਇਹਦੇ ਵੀ ਕੁਛ ਕੀ ਹੁੰਦੇ ਆ ਆਪਾਂ ਕਹਿ ਸਕਦੇ ਹਾਂ ਕੁਛ ਨੋਰਮਸ ਹੁੰਦੇ ਆ, ਠੀਕ ਹੈ। ਸੋ ਨੋਮੀਨੇਸ਼ਨ ਕਿੱਦਾਂ ਹੁੰਦੀ ਹੈ ਕੈਂਡੀਡੇਟਸ ਦੀ, ਇੱਕ ਟਿਕਟ ਜਿਹੜੀ ਉਹਨਾਂ ਨੂੰ ਪਹਿਲਾਂ ਲੈਣੀ ਪੈਂਦੀ ਆ, ਠੀਕ ਹੈ। ਦੈਨ ਐਵਰੀ ਪਰਸਨ ਹੂ ਵਿਸ਼ਿਸ ਟੂ ਕੰਟੈਸਟ ਐਨ ਇਲੈਕਸ਼ਨ ਹੈਜ਼ ਟੂ ਫਿਲ ਅ ਨੋਮੀਨੇਸ਼ਨ ਫਾਰਮ। ਪਹਿਲਾਂ ਉਹਨੂੰ ਨੋਮੀਨੇਸ਼ਨ ਫਾਰਮ ਫਿਲ ਕਰਨਾ ਪੈਂਦਾ ਹੈ ਜਿਹਨੇ ਪਾਰਟੀਸੀਪੇਟ ਕਰਨਾ ਹੈ, ਐਂਡ ਗਿਵ ਸਮ ਮਨੀ ਐਜ਼ ਸਿਕਿਉਰਿਟੀ ਡਿਪੋਜ਼ਿਟ। ਸਿਕਿਉਰਿਟੀ ਡਿਪੋਜ਼ਿਟ ਵਾਸਤੇ ਕੁਝ ਫੀਸ ਦੇਣੀ ਪੈਂਦੀ ਆ। ਦੈਨ ਅ ਨਿਊ ਸਿਸਟਮ ਆਫ ਡਿਕਲੇਰੇਸ਼ਨ ਹੈਜ਼ ਬੀਨ ਇੰਟਰੋਡਿਊਸਡ ਔਨ ਡਾਇਰੈਕਸ਼ਨ ਫਰੋਮ ਦਾ ਸੁਪਰੀਮ ਕੋਰਟ। ਹੁਣ ਰੀਸੈਂਟਲੀ ਹੀ ਇੱਕ ਨਵਾਂ ਜਿਹੜਾ ਸਿਸਟਮ ਹੈ ਡੈਕਲਾਰੇਸ਼ਨ ਦਾ ਉਹ ਇੰਟਰੋਡਿਊਸ ਕੀਤਾ ਗਿਆ ਹੈ ਸੁਪਰੀਮ ਕੋਰਟ ਦੇ ਵੱਲੋਂ। ਉਹਦੇ ਅੰਡਰ ਕੀ ਹੈ ਕੀ ਉਹਦੀਆਂ ਕੰਡੀਸ਼ਨਸ ਆ, ਸੀਰੀਅਸ ਕ੍ਰਿਮੀਨਲ ਕੇਸਿਸ ਪੈਂਡਿੰਗ ਅਗੇਂਸਟ ਦਾ ਕੈਂਡੀਡੇਟ, ਜਿਨ੍ਹਾਂ ਦੇ ਖਿਲਾਫ ਸੀਰੀਅਸ ਕੋਈ ਕੇਸ ਪੈਂਡਿੰਗ ਆ ਉਹ ਪਾਰਟੀਸੀਪੇਟ ਨਹੀਂ ਕਰ ਸਕਦਾ, ਉਹਦਾ ਨੋਮੀਨੇਸ਼ਨ ਦੇ ਨਾਮ ਵਿੱਚ ਨਾਮ ਜਿਹੜਾ ਆ ਉਹ ਕੀ ਆ ਕੰਸੀਡਰ ਨਹੀਂ ਕੀਤਾ ਜਾਏਗਾ। ਡਿਟੇਲਸ ਆਫ ਦ ਅਸੈਟਸ ਐਂਡ ਲਾਇਬਿਲਿਟੀਜ਼ ਆਫ ਦ ਕੈਂਡੀਡੇਟ ਐਂਡ ਹਿਜ਼ ਔਰ ਹਰ ਫੈਮਿਲੀ। ਕਹਿੰਦੇ ਕਿ ਉਹਦੀਆਂ ਪੂਰੀ ਫੈਮਿਲੀ ਦਾ ਜੋ ਵੀ ਆ ਲਾਇਬਿਲਿਟੀਜ਼ ਕਿ ਉਹਨਾਂ ਦੇ ਕਿੱਦਾਂ ਦਾ ਬੈਕਗਰਾਊਂਡ ਹੈ ਉਹ ਜਿਹੜਾ ਸਾਰਾ ਕੁਝ ਵੀ ਧਿਆਨ ਦੇ ਵਿੱਚ ਰੱਖਿਆ ਜਾਂਦਾ ਹੈ, ਠੀਕ ਹੈ। ਐਜੂਕੇਸ਼ਨ ਕੁਆਲੀਫਿਕੇਸ਼ਨ ਆਫ ਦਾ ਕੈਂਡੀਡੇਟ, ਕੁਛ ਇੱਕ ਐਜੂਕੇਸ਼ਨ ਕੁਆਲੀਫਿਕੇਸ਼ਨ ਜਿਹੜੀ ਐਲੀਜੀਬਿਲਟੀ ਹੁੰਦੀ ਆ ਉਹ ਵੀ ਕ੍ਰਾਈਟੀਰੀਆ ਜਿਹੜਾ ਆ ਸੈੱਟ ਕੀਤਾ ਜਾਂਦਾ ਆ। ਇਹ ਜਿਹੜੀ ਪੋਲਿਸੀ ਆ ਇਹ ਰੀਸੈਂਟਲੀ ਹੀ ਇੰਟਰੋਡਿਊਸ ਕੀਤੀ ਗਈ ਆ ਸੁਪਰੀਮ ਕੋਰਟ ਵੱਲੋਂ। So this information has to be made public, ठीक है। This provides an opportunity to the voters to make their decision on the basis of the information provided by the candidates, right। So next we have election campaign। ਹੁਣ ਇਲੈਕਸ਼ਨ ਕੈਂਪੇਨ ਕੀ ਹੁੰਦੇ ਆ, ਪ੍ਰਚਾਰ ਚੁਣਾਵ ਪ੍ਰਚਾਰ ਕਰਨਾ। ਜਿੱਦਾਂ ਕਿ ਤੁਸੀਂ ਦੇਖਿਆ ਹੋਣਾ ਹੈ ਕਿ ਜਦੋਂ ਵੋਟਸ ਹੁੰਦੀਆਂ ਆ ਉਹ ਤੋਂ ਥੋੜ੍ਹੇ ਦਿਨ ਪਹਿਲਾਂ ਕੀ ਹੁੰਦਾ ਆ ਟੈਂਪੋਜ਼ ਦੇ ਵਿੱਚ ਜਾਂ ਰਿਕਸ਼ਾਜ਼ ਦੇ ਵਿੱਚ ਆਟੋ ਰਿਕਸ਼ਾਜ਼ ਦੇ ਵਿੱਚ ਜਿਹੜੀ ਪਾਰਟੀ ਦੇ ਹੁੰਦੇ ਆ ਖੜੇ ਹੁੰਦੇ ਆ ਲੋਕ, ਉਹ ਕੀ ਆ ਆਪਣੀ ਪਾਰਟੀ ਦੇ ਸਲੋਗਨਸ ਲਗਾ ਕੇ ਕੀ ਕਰਦੇ ਆ ਪੂਰੇ ਏਰੀਆ ਦੇ ਵਿੱਚ ਕੀ ਆ ਚੱਕਰ ਲਾਉਂਦੇ ਆ, ਠੀਕ ਹੈ, ਚੁਣਾਵ ਪ੍ਰਚਾਰ ਕਰਦੇ ਆ। ਜਿਹੜੇ ਨੇਤਾ ਆ ਉਹ ਰੈਲੀਆਂ ਕਰਦੇ ਆ, ਰੈਲੀਆਂ ਦੇ ਵਿੱਚ ਕੀ ਆ ਉਹ ਲੋਕਾਂ ਨੂੰ ਵਾਅਦੇ ਕਰਦੇ ਆ ਕਿ ਅਸੀਂ ਇੱਦਾਂ ਕਰਾਂਗੇ, ਅਸੀਂ ਤੁਹਾਡੀ ਭਲਾਈ ਵਾਸਤੇ ਇੱਦਾਂ ਕਰਾਂਗੇ, ਤੁਸੀਂ ਸਾਨੂੰ ਵੋਟ ਕਰੋ। ਉਹ ਲੋਕਾਂ ਨੂੰ ਕਨਵਿੰਸ ਕਰਨ ਵਾਸਤੇ ਹੁੰਦਾ ਆ ਵੋਟਸ ਤੋਂ ਪਹਿਲਾਂ, ਠੀਕ ਹੈ, ਕਿ ਤੁਸੀਂ ਸਾਨੂੰ ਅਗਰ ਜਿਤਾਓਗੇ ਤਾਂ ਅਸੀਂ ਤੁਹਾਡੇ ਵਾਸਤੇ ਇਹ ਸਾਰਾ ਕੁਝ ਕਰਾਂਗੇ। ਸੋ ਉਹਨੂੰ ਆਪਾਂ ਕਹਿੰਦੇ ਹਾਂ ਇਲੈਕਸ਼ਨ ਕੈਂਪੇਨ। ਇਨ ਇਲੈਕਸ਼ਨ ਕੈਂਪੇਨਸ ਪੋਲੀਟੀਕਲ ਪਾਰਟੀਜ਼ ਟਰਾਈ ਟੂ ਫੋਕਸ ਪਬਲਿਕ ਅਟੈਂਸ਼ਨ ਔਨ ਸਮ ਬਿਗ ਇਸ਼ੂਜ਼। ਕੁਝ ਉਹ ਬਿਗ ਇਸ਼ੂਜ਼ ਦੇ ਉੱਤੇ ਲੋਕਾਂ ਦਾ ਜਿਹੜਾ ਧਿਆਨ ਦਿਵਾਉਂਦੇ ਆ, ਜਾਂ ਫਿਰ ਲੋਕਾਂ ਦਾ ਤਾਂ ਧਿਆਨ ਆਲਰੇਡੀ ਹੁੰਦਾ ਆ, ਉਹ ਲੋਕਾਂ ਦਾ ਕਹਿ ਸਕਦੇ ਆ ਕਿ ਉਸ ਚੀਜ਼ ਨੂੰ ਲੈ ਕੇ ਲੋਕਾਂ ਦੇ ਵਿੱਚ ਕੀ ਆ ਸੈਂਟੀਮੈਂਟਸ ਪੈਦਾ ਕਰਦੇ ਆ ਕਿ ਇਹ ਜਿਹੜੀ ਮੇਜਰ ਪ੍ਰੋਬਲਮ ਇਸ ਵਕਤ ਚੱਲ ਰਹੀ ਆ, ਤੁਸੀਂ ਸਾਨੂੰ ਜਿਤਾਓਗੇ ਅਤੇ ਅਸੀਂ ਤੁਹਾਡੀ ਇਹ ਪ੍ਰੋਬਲਮ ਜਿਹੜੀ ਆ ਦੂਰ ਕਰ ਦੇਵਾਂਗੇ। ਜਿੱਦਾਂ ਕਿ ਕਹਿ ਸਕਦੇ ਹਾਂ ਬੇਰੁਜ਼ਗਾਰੀ ਬਹੁਤ ਜ਼ਿਆਦਾ ਆ ਦੇਸ਼ ਦੇ ਵਿੱਚ। ਫਿਰ ਹਰ ਇੱਕ ਜਿਹੜਾ ਨੇਤਾ ਹੁੰਦਾ ਆ ਇਲੈਕਸ਼ਨਸ ਦੇ ਵਿੱਚ ਖੜਾ ਹੁੰਦਾ ਆ, ਉਹ ਇਹੀ ਵਾਅਦਾ ਕਰਦਾ ਹੈ ਕਿ ਤੁਸੀਂ ਮੈਨੂੰ ਜਿਤਾਓ ਅਤੇ ਮੈਂ ਕੀ ਕਰਾਂਗਾ ਤੁਹਾਨੂੰ ਤੁਹਾਡੇ ਲਈ ਭਲਾਈ ਦਾ ਕੰਮ ਕਰਾਂਗਾ। ਸੋ ਕੁਛ ਜਿਹੜੇ ਬਹੁਤ ਹੀ ਫੇਮਸ ਸਲੋਗਨ ਆ ਜਿਹੜੇ ਪਾਸ ਦੇ ਵਿੱਚ ਕੁਛ ਪਾਰਟੀਜ਼ ਦੇ ਦੁਆਰਾ ਰੇਜ਼ ਕੀਤੇ ਗਏ ਸੀਗੇ। ਇੱਕ ਸੀਗਾ ਗਰੀਬੀ ਹਟਾਓ 1971 ਦੇ ਵਿੱਚ, ਇਹ ਸਲੋਗਨ ਬਹੁਤ ਜ਼ਿਆਦਾ ਫੇਮਸ ਸੀ, ਕਾਂਗਰਸ ਦੇ ਦੁਆਰਾ ਦਿੱਤਾ ਗਿਆ ਸੀ। ਦੈਨ ਨੈਕਸਟ ਸੀਗਾ ਸੇਵ ਡੈਮੋਕ੍ਰੇਸੀ ਬਚਾਓ। ਦੈਨ ਫਿਰ 1977 ਦੇ ਵਿੱਚ ਸੀ ਲੈਂਡ ਟੂ ਦਾ ਟਿਲਰ। ਦੈਨ ਪ੍ਰੋਟੈਕਟ ਦਾ ਸੈਲਫ ਰਿਸਪੈਕਟ ਆਫ ਦਾ ਤੇਲੂਗੂਸ। ਇਹ ਸਾਰੇ ਜਿਹੜੇ ਬਹੁਤ ਫੇਮਸ ਜਿਹੜੇ ਸਲੋਗਨਸ ਬਣਾ ਕੇ ਉਹਨਾਂ ਨੇ ਲੋਕਾਂ ਤੋਂ ਆਪਣੀ ਵੋਟ ਲੈਣ ਦਾ ਜੋ ਸੀ ਇੱਕ ਜ਼ਰੀਆ ਕੱਢਿਆ, ਠੀਕ ਹੈ। ਸੋ
ਕੁਝ ਇੱਕ ਰੂਲਸ ਵੀ ਹੁੰਦੇ ਆ ਕਿ ਜੋ ਕੈਂਪੇਨ ਦੇ ਵਿੱਚ ਲੋਕ ਕਰਦੇ ਨੇ, ਜੋ ਨੇਤਾ ਬਣਨ ਵਾਲੇ ਹੁੰਦੇ ਆ, ਠੀਕ ਹੈ, ਫੇਅਰ ਐਂਡ ਇਕੁਅਲ ਚਾਂਸ ਜਿਹੜੇ ਮਿਲਦੇ ਆ ਉਹਨਾਂ ਨੂੰ ਇਲੈਕਸ਼ਨਸ ਦੇ ਵਿੱਚ ਖੜਾ ਹੋਣ ਦੇ, ਉਹਦੇ ਵਿੱਚ ਕੀ ਹੁੰਦਾ, ਅਕੋਰਡਿੰਗ ਟੂ ਆਰ ਇਲੈਕਸ਼ਨ ਲਾਅ ਨੋ ਪਾਰਟੀ ਔਰ ਕੈਂਡੀਡੇਟ ਕੈਨ, ਇੱਕ ਜਿਹੜਾ ਪਾਰਟੀ ਦਾ ਕੈਂਡੀਡੇਟ ਆ ਉਹ ਕਿਹੜੀਆਂ ਚੀਜ਼ਾਂ ਨਹੀਂ ਕਰ ਸਕਦਾ ਆਪਣੇ ਕੈਂਪੇਨ ਦੇ ਦੌਰਾਨ, ਆਪਣੇ ਚੁਣਾਵ ਪ੍ਰਚਾਰ ਦੇ ਦੌਰਾਨ ਕਿਹੜੀਆਂ ਚੀਜ਼ਾਂ ਉਹ ਨਹੀਂ ਕਰ ਸਕਦਾ। ਬ੍ਰਾਈਬ ਔਰ ਥ੍ਰੈਟਨ ਵੋਟਰਸ, ਉਹ ਜਿਹੜਾ ਲੋਕਾਂ ਨੂੰ ਕੀ ਕਰ ਸਕਦਾ ਆ, ਬ੍ਰਾਈਬ ਨਹੀਂ ਦੇ ਸਕਦਾ, ਰਿਸ਼ਵਤ ਨਹੀਂ ਦੇ ਸਕਦਾ, ਉਹਨੂੰ ਇਸ ਚੀਜ਼ ਦੀ ਪ੍ਰੋਹਿਬਿਸ਼ਨ ਹੁੰਦੀ ਹੈ, ਠੀਕ ਹੈ। ਉਹ ਬ੍ਰਾਈਬ ਨਹੀਂ ਦੇ ਸਕਦਾ, ਧਮਕਾ ਨਹੀਂ ਸਕਦਾ। ਬ੍ਰਾਈਬ ਕੀ ਹੁੰਦੀ ਹੈ, ਰਿਸ਼ਵਤ ਦੇਣੀ। ਅਪੀਲ ਟੂ ਦੈਮ ਇਨ ਦ ਨੇਮ ਆਫ ਕਾਸਟ ਔਰ ਰਿਲੀਜਨ, ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਲੈ ਕੇ ਉਹਨਾਂ ਦੇ ਵਿੱਚ ਕਹਿੰਦੇ ਆ ਕਿ ਕੁਝ ਜਿਹੜੀ ਪਾਰਟੀ ਹੁੰਦੀਆਂ ਧਰਮ ਦੇ ਨਾਮ 'ਤੇ ਵੀ ਕੀ ਆ, ਲੋਕਾਂ ਦੇ ਸੈਂਟੀਮੈਂਟਸ ਨੂੰ ਭੜਕਾ ਕੇ ਵੋਟਸ ਲੈਂਦੇ ਆ, ਉਹ ਵੀ ਉਹਨੂੰ ਮਨਾਹੀ ਹੁੰਦੀ ਹੈ ਇਸ ਚੀਜ਼ ਦੀ, ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਜੋ ਹੈ ਸਰਕਾਰ ਉਹ ਇੱਕ ਪੂਰੇ ਦੇਸ਼ ਦਾ ਭਲਾ ਲੈ ਕੇ ਚੱਲਦੀ ਹੈ, ਇੱਕ ਕਿਸੇ ਕਾਸਟ ਦਾ ਲੈ ਕੇ ਜਾਂ ਰਿਲੀਜਨ ਦਾ ਭਲਾ ਲੈ ਕੇ ਨਹੀਂ ਚੱਲਦੀ। So use government resources for election campaign. Spend more than rupees 25 lakh in constituency for a Lok Sabha election or rupees 10 lakh in constituency in an assembly election. ਕੋਈ ਵੀ ਜਿਹੜਾ ਗਵਰਨਮੈਂਟ ਰਿਸੋਰਸ ਉਹ ਕੈਂਪੇਨ ਦੇ ਵਿੱਚ ਨਹੀਂ ਯੂਜ਼ ਕਰ ਸਕਦਾ ਕੈਂਡੀਡੇਟ, ਔਰ ਜੋ ਲੋਕ ਸਭਾ ਦੀਆਂ ਵੋਟਸ ਆ ਉਹਦੇ ਵਿੱਚ 25 ਲੱਖ ਤੋਂ ਵੱਧ ਨਹੀਂ ਯੂਜ਼ ਕਰ ਸਕਦਾ ਕੈਂਪੇਨ ਦੇ ਵਿੱਚ, ਔਰ ਜਿਹੜੀ ਕੌਂਸਟੀਟਿਊਂਸੀ ਅਸੈਂਬਲੀ ਆ ਉਹਦੇ ਵਿੱਚ 10 ਲੱਖ ਤੋਂ ਵੱਧ ਉਹ ਨਹੀਂ ਯੂਜ਼ ਕਰ ਸਕਦਾ। ਬਟ ਫਿਰ ਵੀ ਅਗਰ ਉਹ ਕੈਂਡੀਡੇਟ ਇਹ ਸਾਰੀਆਂ ਜੋ ਪ੍ਰੋਹਿਬਿਸ਼ਨਸ ਦੀ ਉਲੰਘਣਾ ਕਰਦਾ ਆ, ਉਹਦੇ ਵਾਸਤੇ ਕੀ ਕੀਤਾ ਜਾਂਦਾ ਆ, ਉਹਨੂੰ ਰੋਕਣ ਵਾਸਤੇ ਇੱਕ ਕੋਡ ਆਫ ਕੰਡਕਟ ਲਗਾਇਆ ਜਾਂਦਾ ਆ, ਮੋਡਲ ਕੋਡ ਆਫ ਕੰਡਕਟ ਜਿਹਨੂੰ ਕਿਹਾ ਜਾਂਦਾ ਆ। ਹੁਣ ਮੋਡਲ ਕੋਡ ਆਫ ਕੰਡਕਟ ਕੀ ਹੁੰਦਾ ਆ, ਨੋਰਮਸ ਜਾਂ ਰੂਲਸ ਹੁੰਦੇ ਆ ਜਿਹੜੇ ਕਿ ਕਿਸੇ ਬੋਡੀ 'ਤੇ ਜਾਂ ਫਿਰ ਮਤਲਬ ਕਿਸੇ ਪਰਸਨ 'ਤੇ, ਇੰਡੀਵਿਜੂਅਲ ਜਾਂ ਪਾਰਟੀ ਦੇ ਉੱਤੇ ਲਾਏ ਜਾਂਦੇ ਆ ਕਿ ਅਗਰ ਤੁਸੀਂ ਇੱਦਾਂ ਕਰੋਗੇ ਤੁਹਾਨੂੰ ਇਸ ਚੀਜ਼ ਦੀ ਪ੍ਰੋਵੀਜ਼ਨ ਆ ਅਤੇ ਤੁਹਾਨੂੰ ਕੀ ਆ ਇਸ ਚੀਜ਼ ਦਾ ਪਾਲਣਾ ਕਰਨੀ ਪਏਗੀ, ਕਿਹੜੀਆਂ ਚੀਜ਼ਾਂ ਆ ਜਿਹਦੀ ਤੁਸੀਂ ਉਲੰਘਣਾ ਨਹੀਂ ਕਰ ਸਕਦੇ। ਹੁਣ ਜਿਹੜੇ ਪੁਆਇੰਟਸ ਹੈਗੇ ਆ, ਯੂਜ਼ ਐਨੀ ਪਲੇਸ ਆਫ ਵਰਸ਼ਿਪ, ਕਿਸੇ ਵੀ ਧਾਰਮਿਕ ਸਥਾਨ ਨੂੰ ਕੈਂਪੇਨ ਵਾਸਤੇ ਨਹੀਂ ਯੂਜ਼ ਕਰ ਸਕਦਾ ਕੈਂਡੀਡੇਟ, ਠੀਕ ਹੈ। ਜਿਹੜੇ ਗਵਰਨਮੈਂਟ ਵਹੀਕਲਸ ਆ ਉਹਨਾਂ ਨੂੰ ਵੀ ਨਹੀਂ ਯੂਜ਼ ਕਰ ਸਕਦਾ। ਦੈਨ ਇਲੈਕਸ਼ਨਸ ਜਦੋਂ ਅਨਾਊਂਸ ਹੋ ਜਾਂਦੀਆਂ ਆ, ਮਿਨਿਸਟਰ ਸ਼ੈਲ ਨਾਟ ਲੇ ਫਾਊਂਡੇਸ਼ਨ ਸਟੋਨਸ ਆਫ ਐਨੀ ਪ੍ਰੋਜੈਕਟਸ, ਕੋਈ ਵੀ ਫਾਊਂਡੇਸ਼ਨ ਸਟੋਨ ਨਹੀਂ ਕਰ ਸਕਦਾ ਪ੍ਰੋਜੈਕਟ ਵਾਸਤੇ। ਦੈਨ ਕੋਈ ਵੀ ਬਿਗ ਪੋਲਿਸੀ ਜਾਂ ਡਿਸੀਜ਼ਨ ਨਹੀਂ ਲੈ ਸਕਦਾ, ਜਾਂ ਕੋਈ ਪ੍ਰੋਮਿਸ ਜਿਹੜਾ ਆ ਪ੍ਰੋਵਾਈਡ ਕੁਛ ਵੀ ਫੈਸਿਲਿਟੀ ਪ੍ਰੋਵਾਈਡ ਕਰਨ ਦਾ ਨਹੀਂ ਦੇ ਸਕਦਾ ਲੋਕਾਂ ਨੂੰ। ਸੋ ਇਹ ਹੁੰਦਾ ਆ ਮੋਡਲ ਕੋਡ ਆਫ ਕੰਡਕਟ, ਜਿਹਦੇ ਵਿੱਚ ਕੈਂਡੀਡੇਟ ਨੂੰ ਕੁਝ ਕਹਿ ਸਕਦੇ ਹਾਂ ਪ੍ਰੋਮਿਸਿਸ ਕਰਨੇ ਪੈਂਦੇ ਕਿ ਉਹ ਇਹ ਚੀਜ਼ਾਂ ਜਿਹੜੀਆਂ ਨਹੀਂ ਕਰੇਗਾ, ਠੀਕ ਹੈ। ਕੁਝ ਰੂਲਸ ਹੁੰਦੇ ਨੇ। ਦੈਨ ਪੋਲਿੰਗ ਐਂਡ ਕਾਊਂਟਿੰਗ ਆਫ ਵੋਟਸ ਦੀ ਜਿਹੜੀ ਆ ਕਾਊਂਟਿੰਗ ਫਿਰ ਹੁੰਦੀ ਜਦੋਂ ਇੱਕ ਵਾਰੀ ਪੋਲਿੰਗ ਹੋ ਜਾਂਦੀ ਹੈ, ਠੀਕ ਹੈ। ਪੋਲਿੰਗ ਮਤਲਬ ਵੋਟਿੰਗ ਜਦੋਂ ਹੁੰਦੀ ਹੈ, ਵੋਟਸ ਹੁੰਦੀਆਂ ਆ, ਠੀਕ ਹੈ। ਪਹਿਲਾਂ ਵੋਟਸ ਹੁੰਦੀਆਂ ਆ, ਐਵਰੀ ਪਰਸਨ ਹੂਜ਼ ਨੇਮ ਇਜ਼ ਔਨ ਦਾ ਵੋਟਰਸ ਲਿਸਟ, ਜਿਹਦੇ ਵੀ ਵੋਟਰਸ ਲਿਸਟ ਦੇ ਉੱਤੇ ਨਾਮ ਆ ਗਿਆ। ਅਸੀਂ ਪਿੱਛੇ ਪੜ੍ਹਿਆ ਕਿ ਵੋਟਰਸ ਲਿਸਟ ਮਿਲਦੀ ਹੈ ਕਿ ਕੌਣ ਵੋਟ ਕਰ ਸਕਦਾ ਹੈ, ਕੌਣ ਨਹੀਂ ਕਰ ਸਕਦਾ। ਜਦੋਂ ਜਿਹਨੂੰ ਮਿਲ ਜਾਂਦਾ ਆ ਵੋਟਰ, ਜਿਹੜੀ ਲਿਸਟ ਆਉਂਦੀ ਆ ਵੋਟਸ ਤੋਂ ਪਹਿਲਾਂ ਜਿਹਨੂੰ ਮਿਲ ਜਾਂਦੀ ਆ, ਉਹ ਵੋਟ ਕਰਨ ਜਾਂਦਾ ਆ ਪੋਲਿੰਗ ਬੂਥ 'ਤੇ, ਠੀਕ ਹੈ। ਔਰ ਜਿਹੜੇ ਪੋਲਿੰਗ ਬੂਥ ਹੁੰਦੇ ਆ ਉਹ ਲੋਕਲ ਏਰੀਆ ਦੇ ਵਿੱਚ ਹੀ ਹੁੰਦੇ ਆ, ਨੀਅਰ ਏਰੀਆ ਦੇ ਵਿੱਚ, ਜਾਂ ਤਾਂ ਸਕੂਲ ਦੇ ਵਿੱਚ ਜਾਂ ਕਿਸੇ ਗਵਰਨਮੈਂਟ ਆਫਿਸ, ਮੋਸਟਲੀ ਵੈਸੇ ਸਕੂਲਸ ਦੇ ਵਿੱਚ ਹੀ ਬਣਦਾ ਆ ਪੋਲਿੰਗ ਬੂਥ। ਫਿਰ ਉੱਥੇ ਕੀ ਹੁੰਦਾ ਆ, ਜਾ ਕੇ ਜੋ ਵੀ ਪ੍ਰੋਸੀਜਰ ਆ ਆਪਣਾ ਦਿਖਾਉਂਦੇ ਆ, ਵੋਟਰ ਕਾਰਡ ਦਿਖਾਉਂਦੇ ਆ ਉਹਨਾਂ ਦੇ, ਫਿਰ ਇੰਕ ਲਗਾਈ ਜਾਂਦੀ ਆ, ਸਾਈਨ ਕਰਵਾਏ ਜਾਂਦੇ ਆ ਪ੍ਰੋਪਰ। ਫਿਰ ਉਹ ਕੀ ਕਰਦੇ ਆ, ਜਾ ਕੇ ਆਪਣਾ ਬੂਥ ਦੇ ਉੱਤੇ ਜਿਹਨੂੰ ਵੀ ਉਹ ਪਾਣੀ ਹੈ ਵੋਟ, ਉਹ ਕਰ ਦਿੰਦੇ ਆ। A few days later on a fixed date, all the EVMs from constituency are opened and the votes secured by each candidate are counted. ਫਿਰ ਥੋੜ੍ਹੇ ਦਿਨਾਂ ਬਾਅਦ ਜਿਹੜੀ EVM ਮਸ਼ੀਨਸ ਆ ਉਹਨਾਂ ਨੂੰ ਸੀਲ ਕਰਕੇ ਇੱਕ ਸੇਫ ਸਿਕਿਉਰ ਜਗ੍ਹਾ 'ਤੇ ਲੈ ਕੇ ਜਾਇਆ ਜਾਂਦਾ ਆ। ਫਿਰ ਉੱਥੇ ਬਾਅਦ ਦੇ ਵਿੱਚ ਕੀ ਆ, ਕਾਊਂਟਿੰਗ ਹੁੰਦੀ ਆ। ਜਿਹੜੀ ਕਾਊਂਟਿੰਗ ਹੁੰਦੀ ਆ ਉਹ ਕੀ ਆ, ਏਜੰਟਸ ਜਿਹੜੇ ਹੁੰਦੇ ਆ ਉਹਨਾਂ ਦੀ ਦੇਖ ਰੇਖ ਦੇ ਹੇਠਾਂ ਹੀ ਹੁੰਦੀ ਆ, ਠੀਕ ਹੈ। ਸੋ ਇਸ ਤੋਂ ਬਾਅਦ ਵਾਟ ਮੇਕਸ ਇਲੈਕਸ਼ਨਸ ਇਨ ਇੰਡੀਆ ਡੈਮੋਕ੍ਰੇਟਿਕ, ਇੰਡੀਆ ਦੇ ਵਿੱਚ ਜਿਹੜੀ ਆ ਇਲੈਕਸ਼ਨਸ ਹੈਗੀਆਂ ਆ ਕਿੱਦਾਂ ਉਹ ਡੈਮੋਕ੍ਰੇਟਿਕ ਬਣਦੀਆਂ ਆ, ਕੌਣ ਬਣਾਉਂਦਾ ਆ ਉਹਨਾਂ ਨੂੰ ਪੋਸੀਬਲ। ਉਹਦੇ ਵਾਸਤੇ ਇੱਕ ਬੋਡੀ ਆ ਇੰਡੀਪੈਂਡੈਂਟ ਇਲੈਕਸ਼ਨ ਕਮਿਸ਼ਨ, ਠੀਕ ਹੈ। ਇੰਡੀਪੈਂਡੈਂਟ ਇਲੈਕਸ਼ਨ ਕਮਿਸ਼ਨ ਜਿਹੜੀ ਆ ਉਹੀ ਕੰਡਕਟ ਕਰਵਾਉਂਦੀ ਆ ਸਾਰੀਆਂ ਇਲੈਕਸ਼ਨਸ। EC ਮਤਲਬ ਇਲੈਕਸ਼ਨ ਕਮਿਸ਼ਨ ਟੇਕਸ decision on every aspect of conduct and control of elections
फ्रॉम द अनाउंसमेंट ऑफ इलैक्शनस टू द डैकलारेशन ऑफ रिजल्ट। सारी रिस्पॉन्सिबिलिटी इन्हां दी ही हुंदी इलैक्शन कमीशन दी, किद्दां कंडक्ट करवाने आ, कंट्रोल किद्दां करना है, पोलिंग बूथ ते कई वारी लड़ाइयां हो जांदियां, वो सारा कुछ की आ ਇਹ ਜਿਹੜੀ ਇਲੈਕਸ਼ਨ ਕਮਿਸ਼ਨ ਆ ਉਹੀ ਦੇਖਦੀ ਆ। ਇਟ ਇੰਪਲੀਮੈਂਟਸ ਦਾ ਕੋਡ ਆਫ ਕੰਡਕਟ, ਇਹ ਕੋਡ ਆਫ ਕੰਡਕਟ ਵੀ ਇੰਪਲੀਮੈਂਟ ਕਰਦੀ ਆ ਕੈਂਡੀਡੇਟ ਦੇ ਉੱਤੇ, ਐਂਡ ਪਨਿਸ਼ਿਜ਼ ਐਨੀ ਕੈਂਡੀਡੇਟ ਔਰ ਪਾਰਟੀ ਦੈਟ ਵਾਇਲੇਟਸ ਇਟ। ਜੇ ਕੋਈ ਮੋਡਲ ਕੋਡ ਆਫ ਕੰਡਕਟ ਨੂੰ ਵਾਇਲੇਟ ਕਰਦਾ ਆ, ਉਹਦੀ ਉਲੰਘਣਾ ਕਰਦਾ ਆ, ਇਲੈਕਸ਼ਨ ਕਮਿਸ਼ਨ ਉਹਨੂੰ ਕੀ ਆ, ਸਜ਼ਾ ਵੀ ਦਿੰਦੀ ਆ। ਠੀਕ ਹੈ, ਦੈਨ ਜਿਹੜੀਆਂ ਪਾਵਰਸ ਹੁੰਦੀਆਂ ਆ ਇਸ ਟਾਈਮ 'ਤੇ ਇਲੈਕਸ਼ਨ ਕਮਿਸ਼ਨ ਦੇ ਕੋਲ ਹੀ ਹੁੰਦੀਆਂ ਆ, ਗਵਰਨਮੈਂਟ ਦੀ ਕੋਈ ਵੀ ਦਖਲ ਅੰਦਾਜ਼ੀ ਇਹਦੇ ਵਿੱਚ ਨਹੀਂ ਹੁੰਦੀ। ਫਿਰ ਉਹਨਾਂ ਕੋਲ ਸਪੈਸ਼ਲ ਜਿਹੜੀਆਂ ਪਾਵਰਸ ਹੁੰਦੀਆਂ ਆ ਈਸੀ ਕੋਲ। ਠੀਕ ਹੈ, ਸੋ EVM ਮਸ਼ੀਨ ਤੁਸੀਂ ਇੱਥੇ ਦੇਖ ਸਕਦੇ ਹੋ, EVM ਮਸ਼ੀਨ ਆ। ਸੋ ਇਹਦੇ ਥਰੂ ਜੋ ਆ ਅੱਜ ਕੱਲ੍ਹ ਵੋਟਸ ਇੰਡੀਆ ਦੇ ਵਿੱਚ ਅਸੀਂ ਦੇਖਦੇ ਹਾਂ ਹੁੰਦੀਆਂ ਆ। ਠੀਕ ਹੈ, ਫਿਰ ਫ੍ਰੀ ਐਂਡ ਫੇਅਰ ਇਲੈਕਸ਼ਨਸ। ਹੁਣ ਇੰਡੀਆ ਦੇ ਵਿੱਚ ਫ੍ਰੀ ਐਂਡ ਫੇਅਰ ਇਲੈਕਸ਼ਨਸ ਹੁੰਦੇ ਆ, ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ। ਠੀਕ ਹੈ, ਕੋਈ ਪੈਸਾ ਨਹੀਂ ਲੱਗਦਾ। ਵੋਟਰ ਲਿਸਟ ਦੇ ਵਿੱਚ ਅਗਰ ਤੁਹਾਡਾ ਨਾਮ ਹੈਗਾ, ਤੁਸੀਂ ਇਲੀਜੀਬਲ ਹੋ ਵੋਟ ਦੇਣ ਦੇ, ਤਾਂ ਤੁਸੀਂ ਵੋਟ ਦੇ ਸਕਦੇ ਹੋ। ਉਹਦੇ ਵਾਸਤੇ ਤੁਹਾਨੂੰ ਕੋਈ ਪੈਸਾ ਨਹੀਂ ਦੇਣਾ ਪੈਂਦਾ, ਰਾਈਟ। ਸੋ ਇੰਡੀਆ ਦੇ ਵਿੱਚ ਫ੍ਰੀ ਐਂਡ ਫੇਅਰ ਇਲੈਕਸ਼ਨਸ ਹੁੰਦੇ ਆ। ਦੈਨ ਚੈਲੰਜਸ ਟੂ ਫ੍ਰੀ ਐਂਡ ਫੇਅਰ ਇਲੈਕਸ਼ਨਸ। ਕਿਹੜੇ ਕਿਹੜੇ ਚੈਲੰਜਸ ਆ ਜਿਹੜੀ ਫ੍ਰੀ ਐਂਡ ਫੇਅਰ ਇਲੈਕਸ਼ਨਸ ਦੇ ਰਾਹ ਦੇ ਵਿੱਚ ਅਸੀਂ ਕਹਿ ਸਕਦੇ ਆਉਂਦੇ ਆ। ਸੋ ਫਸਟ ਵਨ ਇਜ਼ ਕੈਂਡੀਡੇਟਸ ਐਂਡ ਪਾਰਟੀਜ਼ ਵਿਦ ਅ ਲੋਟ ਆਫ ਮਨੀ ਮੇ not be sure of their victory, but they do enjoy a big and unfair advantage over smaller parties and independent। ਹੁਣ ਜਿਹੜਾ ਪੈਸਾ ਅਸੀਂ ਪਿੱਛੇ ਪੜਿਆ ਨਾ ਕਿ 25 ਲੱਖ ਲੋਕ ਸਭਾ ਵਾਸਤੇ ਮਿਲਦਾ ਆ ਜਿਹੜੇ ਕੈਂਪੇਨਸ ਲੱਗਦੇ ਆ, ਔਰ 10 ਲੱਖ ਜਿਹੜਾ ਆ ਸਟੇਟ ਲੈਵਲ ਦੇ ਉੱਤੇ ਮਿਲਦਾ ਆ। ਠੀਕ ਹੈ, ਸੋ ਕਈ ਵਾਰ ਜਿਹੜੇ ਪਾਰਟੀਜ਼ ਵਾਲੇ ਹੁੰਦੇ ਆ, ਜਿਹੜੇ ਕੈਂਪੇਨ ਲਗਾਉਂਦੇ, ਉਹ ਇਸ ਪੈਸੇ ਦਾ ਮਿਸਯੂਜ਼ ਵੀ ਕਰਦੇ ਆ, ਮੋਸਟਲੀ ਕਰਦੇ ਆ ਇੰਡੀਆ ਦੇ ਵਿੱਚ। ਠੀਕ ਹੈ, ਇੱਦਾਂ ਹੁੰਦਾ ਆ। So next is in some parts of the country candidates with criminal connection have been able to push others out of the electoral race and to secure a ticket from major parties। ਹੁਣ ਕਹਿੰਦੇ ਕਿ ਕੁਝ ਪਾਰਟਸ ਦੇ ਵਿੱਚ ਕੈਂਡੀਡੇਟ ਜਿਹੜੇ ਆ ਉਹਨਾਂ ਦੇ ਕ੍ਰਿਮੀਨਲ ਕਨੈਕਸ਼ਨ ਵੀ ਹੁੰਦੇ ਆ। ਪਿੱਛੇ ਅਸੀਂ ਪੜ੍ਹਿਆ ਨਾ ਕਿ ਬਰਾਈਬ ਨਹੀਂ ਦੇ ਸਕਦੇ, ਠੀਕ ਹੈ, ਜਾਂ ਧਮਕਾ ਨਹੀਂ ਸਕਦੇ, ਬਟ ਮੋਸਟਲੀ ਇੱਦਾਂ ਹੁੰਦਾ ਆ ਡੈਮੋਕ੍ਰੇਟਿਕ ਕੰਟਰੀਜ਼ ਦੇ ਵਿੱਚ। ਉਹਨਾਂ ਦੇ ਕ੍ਰਿਮੀਨਲ ਕਨੈਕਸ਼ਨ ਬਹੁਤ ਤਗੜੇ ਹੁੰਦੇ ਆ, ਅਤੇ ਉਹ ਲੋਕਾਂ ਨੂੰ ਧਮਕਾ ਕੇ ਜਾਂ ਉਹਨਾਂ ਨੂੰ ਥੋੜ੍ਹਾ ਬਹੁਤਾ ਰਾਸ਼ਨ ਸ਼ਰਾਬ ਫੜਾ ਕੇ ਜਿਹੜੀਆਂ ਵੋਟਸ ਆ ਆਪਣੇ ਕੋਲ ਜਿਹੜੇ ਆ ਲੈ ਲੈਂਦੇ ਆ, ਜਾਂ ਟਿਕਟ ਲੈਣ ਵੇਲੇ ਵੀ ਉਹ ਇਹ ਜਿਹੜਾ ਕ੍ਰਾਈਟੇਰੀਆ ਆ ਉਹਨੂੰ ਅਪਣਾਉਂਦੇ ਆ। ਬਟ ਇਹ ਚੀਜ਼ਾਂ ਕੀ ਆ, ਗਲਤ ਆ। ਸਮ ਫੈਮਿਲੀਜ਼ ਟੈਂਡ ਟੂ ਡੋਮੀਨੇਟ ਪੋਲੀਟੀਕਲ ਪਾਰਟੀਜ਼ ਟਿਕਟਸ ਆਰ ਡਿਸਟਰੀਬਿਊਟਿਡ ਟੂ ਰਿਲੇਟਿਵਸ ਫਰੋਮ ਦੀਜ਼ ਫੈਮਿਲੀਜ਼। ਕੁਝ ਜਿਹੜੀਆਂ ਹੁਣ ਪੋਲੀਟੀਕਲ ਪਾਰਟੀਜ਼ ਆ ਉਹ ਆਪਣੀ ਫੈਮਿਲੀ ਮੈਂਬਰਸ ਨੂੰ ਹੀ ਜਿਹੜੀਆਂ ਟਿਕਟਾਂ ਹੈਗੀਆਂ ਆ ਉਹ ਪ੍ਰੋਵਾਈਡ ਕਰ ਦਿੰਦੀਆਂ ਆ। ਸੋ ਹੋਰ ਵੀ ਕੁਝ ਡਰੋਬੈਕਸ ਹੈਗੇ ਆ ਫ੍ਰੀ ਐਂਡ ਫੇਅਰ ਇਲੈਕਸ਼ਨ ਦੇ, ਲਾਈਕ ਕੁਝ ਇਲੈਕਸ਼ਨ ਜਿਹੜੀਆਂ ਹੁੰਦੀਆਂ ਆ ਉਹ ਕੀ ਆ, offer little choice to ordinary citizens, for both the major parties are quite similar to each other both in policies and practices. Smaller parties and independent candidates suffer a huge disadvantage compared to bigger parties। ਹੁਣ ਜਿਹੜੀਆਂ ਛੋਟੀਆਂ ਪਾਰਟੀਜ਼ ਜਿਹੜੀਆਂ ਨਵੀਆਂ ਐਗਜ਼ਿਸਟੈਂਸ ਦੇ ਵਿੱਚ ਆਈਆਂ ਹੁੰਦੀਆਂ ਆ, ਅਤੇ ਜਿਹੜੀਆਂ ਪੁਰਾਣੀਆਂ ਪਾਰਟੀਜ਼ ਜਿਹੜੀਆਂ ਕਾਫੀ ਦੇਰ ਤੋਂ ਦੇਸ਼ ਦੇ ਵਿੱਚ ਚੱਲ ਰਹੀਆਂ ਹੁੰਦੀਆਂ ਆ, ਉਹ ਉਹਨਾਂ ਨੂੰ ਕੀ ਆ ਅੱਗੇ ਨਹੀਂ ਆਉਣ ਦਿੰਦੀਆਂ ਛੋਟੀਆਂ ਪਾਰਟੀਜ਼ ਨੂੰ। ਉਹਨਾਂ ਨੂੰ ਜਾਂ ਫਿਰ ਧਮਕਾਇਆ ਜਾਂਦਾ, ਜਾਂ ਫਿਰ ਲੋਕ ਹੀ ਉਹਨਾਂ ਨੂੰ ਮੌਕਾ ਨਹੀਂ ਦੇਣਾ ਚਾਹੁੰਦੇ। ਠੀਕ ਹੈ, ਹੁਣ ਲੋਕਾਂ ਦਾ ਵੀ ਮਾਈਂਡਸੈਟ ਇੱਦਾਂ ਦਾ ਹੁੰਦਾ ਹੈ ਕਿ ਜਿਹੜੀ ਪਾਰਟੀ ਚੱਲ ਰਹੀ ਹੈ ਦੇਸ਼ ਦੇ ਵਿੱਚ ਉਹੀ ਉਹਨਾਂ ਦੀ ਭਲਾਈ ਕਰ ਸਕਦੀ ਹੈ। ਹੁਣ ਇੱਕ ਤੁਸੀਂ ਕਹਿ ਸਕਦੇ ਹੋ ਕਿ ਫੈਮਿਲੀ ਦੇ ਵਿੱਚ ਹੀ ਰਿਵਾਜ ਹੁੰਦਾ ਨਾ ਕਿ ਮੇਰੇ ਪੇਰੈਂਟਸ ਕਾਂਗਰਸ ਨੂੰ ਵੋਟ ਪਾਉਂਦੇ ਸੀ, ਜਾਂ ਮੇਰੇ ਪੇਰੈਂਟਸ BJP ਨੂੰ ਵੋਟ ਪਾਉਂਦੇ ਸੀ, ਮੈਂ BJP ਨੂੰ ਹੀ ਪਾਵਾਂਗਾ। ਉਹ ਇਹ ਨਹੀਂ ਦੇਖਦੀ ਕਿ ਕੋਈ ਨਵੀਂ ਪਾਰਟੀ ਆਈ ਹੈ, ਕੋਈ ਜਿਹਦੇ ਵਿੱਚ ਯੰਗ ਜਨਰੇਸ਼ਨ ਹੈ, ਕੁਝ ਭਲਾ ਕਰ ਸਕਦੀ ਹੈ ਦੇਸ਼ ਦਾ, ਜੋ ਪੜ੍ਹੇ ਲਿਖੇ ਆ ਜ਼ਿਆਦਾ, ਠੀਕ ਹੈ, ਉਹਨਾਂ ਨੂੰ ਮੌਕਾ ਨਹੀਂ ਦਿੰਦੇ। ਸੋ ਇਹ ਸਾਰਾ ਕੁਝ ਵੀ ਹੁੰਦਾ ਆ ਫ੍ਰੀ ਐਂਡ ਫੇਅਰ ਇਲੈਕਸ਼ਨਸ ਦੇ ਵਿੱਚ, ਜਾਂ ਫਿਰ ਕਹਿ ਸਕਦੇ ਹਾਂ ਅਸੀਂ ਡੈਮੋਕ੍ਰੇਸੀ ਦੇ ਵਿੱਚ। ਸੋ ਦਿਸ ਇਜ਼ ਆਲ ਅਬਾਊਟ ਯੋਰ ਚੈਪਟਰ ਸਟੂਡੈਂਟਸ। Next week we will discuss some other chapter. Till then, keep learning, stay safe. Thank you.